हाँ जी। सारिਆਂ ਨੂੰ ਜੈ ਮਸੀਹ ਦੀ। जय मसीह। सफा हैगा 98 97 सॉरी। ਜੇਠਿਆਂ ਦੀ ਅਰਪਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਸਭ ਨਰ ਜੇਠਿਆਂ ਨੂੰ ਮੇਰੇ ਲਈ ਅਰਪਣ ਕਰਨਾ। ਇਸ ਵਿੱਚ ਮਨੁੱਖਾਂ ਅਤੇ ਜਾਨਵਰਾਂ ਦੇ ਜੇਠੇ ਸ਼ਾਮਲ ਹਨ। ਅਖਮੀਰੀ ਰੋਟੀ ਦਾ ਤਿਉਹਾਰ। ਤਦ ਮੂਸਾ ਨੇ ਲੋਕਾਂ ਨੂੰ ਕਿਹਾ, ਅੱਜ ਦੇ ਦਿਨ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ, ਕਿਉਂਕਿ ਇਸ ਦਿਨ ਪ੍ਰਭੂ ਤੁਹਾਨੂੰ ਆਪਣੇ ਬਲ ਨਾਲ ਮਿਸਰ ਦੀ ਗੁਲਾਮੀ ਵਿੱਚੋਂ ਛੁਡਾ ਕੇ ਲਿਆਇਆ ਸੀ। ਤੁਸੀਂ ਇਸ ਦਿਨ ਖਮੀਰੀ ਰੋਟੀ ਨਾ ਖਾਣਾ। ਤੁਸੀਂ ਅਬੀਬ ਮਹੀਨੇ ਦੇ ਇਸ ਦਿਨ ਅਰਥਾਤ ਅੱਜ ਦੇ ਦਿਨ ਬਾਹਰ ਨਿਕਲ ਆਏ ਹੋ। ਪ੍ਰਭੂ ਨੇ ਤੁਹਾਡੇ ਪੁਰਖਿਆਂ ਨਾਲ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿਵੀਆਂ ਅਤੇ ਜਬੂਸੀਆਂ ਦੀ ਧਰਤੀ ਲਈ ਪ੍ਰਤਿੱਗਿਆ ਕੀਤੀ ਸੀ ਕਿ ਉਹ ਤੁਹਾਨੂੰ ਉਹਨਾਂ ਦੀ ਧਰਤੀ ਦੇਵੇਗਾ। ਇਸ ਲਈ ਜਦੋਂ ਪ੍ਰਭੂ ਤੁਹਾਨੂੰ ਉਹ ਉਪਜਾਊ ਅਤੇ ਸੁੰਦਰ ਧਰਤੀ ਦੇਵੇ ਤਾਂ ਤੁਸੀਂ ਹਰ ਸਾਲ ਪਹਿਲੇ ਮਹੀਨੇ ਵਿੱਚ ਇਹ ਤਿਉਹਾਰ ਮਨਾਇਆ ਕਰਨਾ। 7 ਦਿਨਾਂ ਤੱਕ ਅਖਮੀਰੀ ਰੋਟੀ ਖਾਣਾ ਅਤੇ 7ਵੇਂ ਦਿਨ ਤੁਸੀਂ ਪ੍ਰਭੂ ਦਾ ਤਿਉਹਾਰ ਮਨਾਉਣਾ। ਸੋ 7 ਦਿਨ ਤੁਸੀਂ ਬਿਨਾਂ ਖਮੀਰ ਦੇ ਰੋਟੀ ਖਾਣਾ। ਇਹਨਾਂ ਦਿਨਾਂ ਵਿੱਚ ਤੁਹਾਡੇ ਘਰਾਂ ਜਾਂ ਇਲਾਕੇ ਵਿੱਚ ਖਮੀਰ ਦਿਖਾਈ ਤੱਕ ਨਾ ਦੇਵੇ। ਉਸ ਦਿਨ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਿਉਹਾਰ ਦੇ ਮਨਾਉਣ ਦਾ ਕਾਰਨ ਦੱਸਣਾ ਕਿ ਇਸ ਦਿਨ ਪ੍ਰਭੂ ਨੇ ਤੁਹਾਡੇ ਨਾਲ ਮਿਸਰ ਨੂੰ ਛੱਡਣ ਸਮੇਂ ਕੀ ਕੀਤਾ ਸੀ। ਇਹ ਤਿਉਹਾਰ ਤੁਹਾਡੇ ਲਈ ਇੱਕ ਚਿੰਨ੍ਹ ਹੋਵੇਗਾ। ਇਹ ਤੁਹਾਡੇ ਲਈ ਇੱਕ ਯਾਦਗਾਰੀ ਹੋਵੇਗੀ ਕਿ ਪ੍ਰਭੂ ਦੀ ਵਿਵਸਥਾ ਤੁਹਾਡੇ ਦਿਲ ਵਿੱਚ ਹੈ ਅਤੇ ਪ੍ਰਭੂ ਹੀ ਤੁਹਾਨੂੰ ਆਪਣੇ ਵੱਡੇ ਬਲ ਨਾਲ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ। ਇਸ ਲਈ ਤੁਸੀਂ ਇਹ ਤਿਉਹਾਰ ਹਰ ਸਾਲ ਠੀਕ ਠਹਿਰਾਏ ਹੋਏ ਸਮੇਂ ਤੇ ਮਨਾਉਣਾ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਦੇਨ ਕਿਉਂਕਿ ਇਹ ਉਹਨਾਂ ਦਾ ਹਾਈਲਾਈਟ ਹੈ ਉਹਨਾਂ ਦੀ ਜ਼ਿੰਦਗੀ ਦਾ ਕਿ ਪ੍ਰਭੂ ਉਹਨਾਂ ਨੂੰ ਇੱਕ ਐਡੇ ਪਾਵਰਫੁਲ ਮੁਲਕ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ। ਯਾਨੀ ਕਿ ਤੁਸੀਂ ਇਹ ਕਹਿ ਲਓ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਭੂ ਨੇ ਜੰਜੀਰਾਂ ਖੋਲੀਆਂ, ਇਹ ਪ੍ਰਭੂ ਹੀ ਕਰ ਸਕਦਾ ਸੀ। ਇਹ ਹੋਰ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ। ਔਰ ਉਹਨਾਂ ਦੀ ਇੱਥੇ ਤੱਕ ਕਿ ਇੱਕ ਚੀਜ਼ ਨੂੰ ਪ੍ਰਭੂ ਨੇ ਉੱਥੋਂ ਗੁਲਾਮੀ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ। ਉਹ ਆਪਣੇ ਪਸ਼ੂਆਂ ਦੇ ਸਮੇਤ ਬਾਹਰ ਆ ਰਹੇ ਆ। ਔਰ ਇੱਥੇ ਤੱਕ ਕਿ ਉਹਨਾਂ ਨੇ ਇਸ ਵੇਲੇ ਮਿਸਰੀਆਂ ਦੇ ਸ਼ਾਹੀ ਕੱਪੜੇ ਪਾਏ ਹੋ, ਜਿਹੜੇ ਉਹ ਮਿਸਰੀ ਲੋਕ ਕੱਪੜੇ ਪਾਉਂਦੇ ਆ, ਗਹਿਣੇ ਪਾਉਂਦੇ ਆ, ਉਹ ਸਾਰਾ ਕੁਛ ਉਹ ਪਹਿਨ ਕੇ ਆ ਰਹੇ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰਭੂ ਇਜ਼ਰਾਈਲ ਨੂੰ ਦੁਲਹਨ ਦੇ ਵਾਂਗ ਸਜਾ ਕੇ ਲੈ ਕੇ ਆ ਰਿਹਾ। ਔਰ ਮੂਸਾ ਉਹਨਾਂ ਨੂੰ ਇਹ ਚੀਜ਼ ਇਸ ਵੇਲੇ ਦੱਸਦਾ ਪਿਆ ਕਿ ਤੁਸੀਂ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਣਾ। ਇਹ ਤੁਹਾਡਾ ਪਹਿਲਾ ਤਿਉਹਾਰ ਹੋਏਗਾ ਜਿਹੜਾ ਤੁਸੀਂ ਹਰ ਸਾਲ ਮਨਾਓਗੇ। ਇਸ ਨੂੰ ਤਿਉਹਾਰ ਦੀ ਤਰ੍ਹਾਂ ਮਨਾਉਣਾ। ਇਹ ਤਿਉਹਾਰ ਤੁਹਾਡਾ ਪੂਰਾ ਹਫ਼ਤਾ ਚੱਲੇਗਾ। ਔਰ ਇਸ ਨੂੰ ਖਾਸ ਕਰਕੇ ਇਸ ਦਿਨ ਨੂੰ, ਜਿਸ ਦਿਨ ਪ੍ਰਭੂ ਤੁਹਾਨੂੰ ਕੱਢ ਕੇ ਲੈ ਕੇ ਆਇਆ, ਇਸ ਦਿਨ ਨੂੰ ਆਪਣੇ ਬੱਚਿਆਂ ਨੂੰ ਦੱਸਿਓ ਔਰ ਤੁਹਾਡੇ ਬੱਚੇ ਆਪਣੇ ਬੱਚਿਆਂ ਨੂੰ ਦੱਸਣ। ਔਰ ਪ੍ਰਭੂ ਦਾ ਸ਼ੁਕਰ ਹੈ ਕਿ ਅੱਜ ਵੀ ਇਜ਼ਰਾਈਲ ਦੇ ਵਿੱਚ ਇਹ ਪਸਾਹ ਦਾ ਤਿਉਹਾਰ ਮਨਾਇਆ ਜਾਂਦਾ। ਔਰ ਅਸੀਂ ਇਸ ਤਿਉਹਾਰ ਨੂੰ ਗੁੱਡ ਫਰਾਈਡੇ ਦਾ ਦਿਨ ਦੇ ਕਹਿ ਕੇ ਮਨਾਉਂਦੇ ਹਾਂ, ਕਿਉਂਕਿ ਪਸਾਹ ਦਾ ਦਿਨ ਤੇ ਗੁੱਡ ਫਰਾਈਡੇ ਦਾ ਦਿਨ ਸੇਮ ਦਿਨ ਦੇ ਉੱਤੇ ਆਉਂਦਾ। ਸਾਡੇ ਪ੍ਰਭੂ ਨੇ ਸਾਡੀ ਗੁਲਾਮੀ 'ਚ ਜਿਹੜਾ ਸਾਨੂੰ ਛੁਟਕਾਰਾ ਦਿੱਤਾ, ਉਹ ਵੀ ਪਸਾਹ ਦੇ ਦਿਨ ਦਿੱਤਾ। ਸੋ ਅਸੀਂ ਉਸ ਨੂੰ ਯਾਦ ਕਰਦੇ ਹਾਂ। ਔਰ ਅਸੀਂ ਉਸ ਨੂੰ ਕਈ ਵਾਰੀ ਮਹੀਨੇ ਦੇ ਵਿੱਚ ਇੱਕ ਵਾਰੀ ਯਾਦ ਕਰਦੇ। ਹਰੇਕ ਮਹੀਨੇ ਜਦ ਅਸੀਂ ਪ੍ਰਭੂ ਭੋਜ ਲੈਂਦੇ ਹਾਂ ਤੇ ਅਸੀਂ ਉਸ ਦਿਨ ਨੂੰ ਯਾਦ ਕਰਦੇ ਹਾਂ ਔਰ ਪ੍ਰਭੂ ਦੇ ਨਾਮ ਨੂੰ ਅਸੀਂ ਸ਼ੁਕਰਗੁਜ਼ਾਰੀ ਦਿੰਦੇ ਹਾਂ। ਸੋ ਹੁਣ ਪ੍ਰਭੂ ਨੇ ਉਹਨਾਂ ਦੀ ਜਿਹੜੇ ਜੇਠੇ ਆ ਉਹਨਾਂ ਦੇ ਲਈ ਪ੍ਰਭੂ ਨੇ ਉਹਨਾਂ ਨੂੰ ਹੁਕਮ ਦੇਣੇ ਆ। ਸੋ ਆਓ 11 ਆਇਤ ਤੋਂ ਲੈ ਕੇ 16 ਆਇਤ ਤੱਕ ਦੇਖੀਏ, ਜਿਸ ਨੂੰ मैं पढ़ दूं पास्टर जी। Go ahead.
ਮੂਸਾ ਨੇ ਅੱਗੇ ਆਪਣੇ ਲੋਕਾਂ ਨੂੰ ਕਿਹਾ, ਪ੍ਰਭੂ ਜਦੋਂ ਤੁਹਾਨੂੰ ਕਨਾਨ ਦੀ ਧਰਤੀ ਤੇ ਲੈ ਕੇ ਜਾਵੇ, ਜਿਸ ਦੇ ਦੇਣ ਦੀ ਉਸਨੇ ਤੁਹਾਡੇ ਨਾਲ ਅਤੇ ਤੁਹਾਡੇ ਪੁਰਖਿਆਂ ਨਾਲ ਪ੍ਰਤਿੱਗਿਆ ਕੀਤੀ ਸੀ, ਤਾਂ ਤੁਸੀਂ ਉੱਥੇ ਆਪਣੇ ਹਰ ਜੇਠੇ ਨੂੰ ਪ੍ਰਭੂ ਦੇ ਲਈ ਅਰਪਣ ਕਰਨਾ। ਤੁਹਾਡੇ ਪਸ਼ੂਆਂ ਦੇ ਜੇਠੇ ਵੀ ਪ੍ਰਭੂ ਦੇ ਲਈ ਅਰਪਣ ਕੀਤੇ ਜਾਣਗੇ। ਗਧੇ ਦੇ ਜੇਠੇ ਦੀ ਥਾਂ ਤੁਸੀਂ ਇੱਕ ਲੇਲਾ ਦੇ ਕੇ ਉਸ ਨੂੰ ਛੁਡਾ ਲੈਣਾ। ਪਰ ਜੇਕਰ ਤੁਸੀਂ ਉਸ ਨੂੰ ਨਾ ਛੁਡਾਉਣਾ ਚਾਹੋ ਤਾਂ ਉਸ ਦੀ ਧੌਣ ਤੋੜ ਦੇਣਾ, ਪਰ ਤੁਸੀਂ ਆਪਣੇ ਹਰ ਜੇਠੇ ਪੁੱਤਰ ਨੂੰ ਜ਼ਰੂਰ ਛੁਡਾਉਣਾ। ਪਰ ਫਿਰ ਜਦੋਂ ਸਮਾਂ ਆਉਣ ਤੇ ਤੁਹਾਡੇ ਪੁੱਤਰ ਪੁੱਛਣ, ਇਸ ਦਾ ਕੀ ਅਰਥ ਹੈ, ਤਾਂ ਤੁਸੀਂ ਉੱਤਰ ਦੇਣਾ, ਇਸ ਦਿਨ ਪ੍ਰਭੂ ਆਪਣੇ ਵੱਡੇ ਬਲ ਨਾਲ ਸਾਨੂੰ ਮਿਸਰ ਦੇਸ਼ ਦੀ ਗੁਲਾਮੀ ਤੋਂ ਬਾਹਰ ਕੱਢ ਲਿਆਇਆ ਸੀ। ਉੱਥੇ ਜਦੋਂ ਫਿਰੌਨ ਰਾਜਾ ਨੇ ਆਪਣੇ ਦਿਲ ਦੀ ਸਖਤੀ ਕਾਰਨ ਸਾਨੂੰ ਜਾਣ ਤੋਂ ਰੋਕਿਆ, ਤਾਂ ਪ੍ਰਭੂ ਨੇ ਮਿਸਰ ਦੇਸ਼ ਦੇ ਸਭ ਮਨੁੱਖਾਂ ਅਤੇ ਪਸ਼ੂਆਂ ਦੇ ਜੇਠਿਆਂ ਨੂੰ ਕਤਲ ਕਰ ਦਿੱਤਾ ਸੀ। ਇਸ ਲਈ ਅਸੀਂ ਸਭ ਜਾਨਵਰਾਂ ਦੇ ਜੇਠਿਆਂ ਦੀ ਬਲੀ ਪ੍ਰਭੂ ਨੂੰ ਦਿੰਦੇ ਹਾਂ, ਪਰ ਆਪਣੇ ਜੇਠੇ ਪੁੱਤਰਾਂ ਨੂੰ ਅਸੀਂ ਛੁਡਾ ਲੈਂਦੇ ਹਾਂ। ਇਹ ਤੁਹਾਡੇ ਲਈ ਇੱਕ ਪੱਕਾ ਚਿੰਨ੍ਹ ਹੈ ਜੋ ਤੁਹਾਡੇ ਹੱਥਾਂ ਅਤੇ ਅੱਖਾਂ ਤੇ ਹੋਵੇਗਾ ਕਿ ਪ੍ਰਭੂ ਤੁਹਾਨੂੰ ਆਪਣੇ ਵੱਡੇ ਬਲ ਨਾਲ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ। ਆਮੀਨ। ਸੋ ਹੁਣ ਤੁਸੀਂ ਇਹ ਵੀ ਦੇਖੋ ਕਿ ਉੱਥੇ ਪ੍ਰਭੂ ਨੇ ਕੀ ਕੀਤਾ, ਉਸ ਨੂੰ ਵੀ ਉਹ ਯਾਦ ਕਰਵਾ ਰਿਹਾ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਜੇਠਾ ਪੁੱਤਰ ਆ ਉਸ ਦੀ ਜਗ੍ਹਾ ਤੇ ਇੱਕ ਲੈ ਲਾ, ਔਰ ਅਗਰ ਜਿਹੜਾ ਵੀ ਤੁਹਾਡਾ ਜਾਨਵਰ ਆ ਉਸ ਦੀ ਜਗ੍ਹਾ ਤੇ ਲੇਲਾ ਜਾਂ ਨੂੰ ਤੁਸੀਂ ਬਲੀ ਦੇ ਸਕਦੇ ਆ, ਔਰ ਤੁਸੀਂ ਆਪਣੇ ਜੇਠੇ ਨੂੰ ਛੁਡਾ ਸਕਦੇ ਆ। ਔਰ ਜਿਸ ਵੇਲੇ ਇਹ ਕਿਸੇ ਵੀ ਦੇਖੋ ਹੁਣ ਕਿਸੇ ਵੀ ਜੋੜੇ ਦੀ ਜ਼ਿੰਦਗੀ 'ਚ ਜਦੋਂ ਪਹਿਲਾ ਬੱਚਾ ਆਉਂਦਾ ਤੇ ਉਹ ਉਸ ਨੂੰ ਛੁਡਾਉਂਦਾ ਆ, ਉਹ ਬਲੀ ਲੈ ਕੇ ਜਾਂਦਾ। ਔਰ ਕੀ ਯਾਦ ਉਹ ਕਰਦੇ ਪਏ ਆ, ਉਹ ਉਸੇ ਦਿਨ ਨੂੰ ਯਾਦ ਕਰਦੇ ਪਏ ਜਿਸ ਦਿਨ ਪ੍ਰਭੂ ਨੇ ਉਹਨਾਂ ਨੂੰ ਛੁਡਾਇਆ ਸੀ, ਜਿਸ ਦਿਨ ਪ੍ਰਭੂ ਨੇ ਮਿਸਰ ਦੇ ਜੇਠੇ ਜਿਹੜੇ ਸੀਗੇ ਉਹ ਸਾਰੇ ਮਾਰੇ ਗਏ, ਲੇਕਿਨ ਪ੍ਰਭੂ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਿਹੜਾ ਇੱਕ ਲੇਲਾ ਲੈ ਕੇ ਇਹਨਾਂ ਨੂੰ ਸਾਰਾ ਜੋ ਅਸੀਂ ਪਿੱਛੇ ਦੇਖ ਚੁੱਕੇ ਹਾਂ ਕਿ ਉਸ ਨੂੰ ਬਲੀ ਦੇਣਾ, ਫਿਰ ਉਸ ਕੁਰਬਾਨੀ ਤੋਂ ਬਾਅਦ ਉਸ ਨੂੰ ਭੁੰਨਣਾ, ਫਿਰ ਤੁਸੀਂ ਉਹੀ ਖਾਣਾ ਔਰ ਬਿਲਕੁਲ ਤਿਆਰ ਰਹਿਣਾ, ਕਿਉਂਕਿ ਤੁਹਾਡੇ ਬਾਹਰ ਜਾਣ ਦਾ ਦਿਨ ਆ ਚੁੱਕਾ ਹੈ। ਸੋ ਉਹ ਬਿਲਕੁਲ ਉਹਨਾਂ ਨੂੰ ਸਾਰੀਆਂ ਹਦਾਇਤਾਂ, ਜਿਸ ਵੇਲੇ ਹੁਣ ਉਹ ਤੁਰੇ ਵੀ ਆਉਂਦੇ ਪਏ ਆ ਔਰ ਜਿਸ ਵੇਲੇ ਉਹ ਰਸਤੇ ਦੇ ਵਿੱਚ ਰੁਕਦੇ ਵੀ ਆ ਤੇ ਉਹਨਾਂ ਨੂੰ ਹਦਾਇਤਾਂ ਮਿਲਦੀਆਂ। ਸੋ ਹੁਣ ਆਓ ਅਸੀਂ ਹੁਣ ਇਸ ਨੂੰ ਅੱਗੇ ਹੁਣ ਅਗਲਾ ਜਿਹੜਾ ਪ੍ਰੋਸੈਸ ਜਿਸ ਦੇ ਵਿੱਚ ਦੀ ਪ੍ਰਭੂ ਉਹਨਾਂ ਨੂੰ ਲੈ ਕੇ ਜਾਣਾ ਔਰ ਉਸ ਨੂੰ ਅਸੀਂ ਦੇਖੀਏ। ਸੋ ਆਓ 17 ਤੋਂ ਲੈ ਕੇ 22 ਤੱਕ, ਔਰ ਇਹ ਜਿਹੜਾ ਇਹਦੇ ਵਿੱਚ ਮੈਂ ਤਾਂ ਬਹੁਤਾ ਸਮਾਂ ਨਹੀਂ ਬਤੀਤ ਕੀਤਾ 13ਵੇਂ ਭਾਵ ਦੀਆਂ ਪਹਿਲੀਆਂ ਇਹਨਾਂ ਆਇਤਾਂ ਦੇ ਵਿੱਚ, ਕਿਉਂਕਿ ਇਹਨਾਂ ਹਿੱਸਿਆਂ ਨੂੰ ਅਸੀਂ ਬਾਰ-ਬਾਰ ਪੜ੍ਹਨਾ। ਸੋ ਇਹ ਅੱਗੇ ਕਈ ਵਾਰੀ ਆਉਣੇ, ਸੋ ਇਸ ਕਰਕੇ ਇੱਥੇ ਮੈਂ ਜ਼ਿਆਦਾ ਸਮਾਂ ਨਹੀਂ ਬਤੀਤ ਕੀਤਾ, ਕਿਉਂਕਿ ਜਿਸ ਲਈ ਅਸੀਂ ਲੇਵੀਆਂ ਦੀ ਪੋਥੀ ਪੜ੍ਹਨੀ ਆ, ਉਸ ਤੋਂ ਬਾਅਦ ਜਿਸ ਲਈ ਅਸੀਂ ਡਿਟਰੋਨੋਮੀ ਤੱਕ ਜਿੱਦਾਂ ਕਿ ਇਹ ਸਾਨੂੰ ਬਾਰ-ਬਾਰ ਇਹਨਾਂ ਹਿੱਸਿਆਂ ਦੇ ਵਿੱਚੋਂ ਵੀ ਗੁਜ਼ਰਨਾ ਪੈਣਾ। ਸੋ ਆਓ ਹੁਣ ਅਸੀਂ ਵਾਪਸ ਆਪਣੇ ਉਸ ਜਗ੍ਹਾ ਦੇ ਉੱਤੇ ਆਈਏ ਜਿੱਥੇ ਪ੍ਰਭੂ ਹੁਣ ਇਹਨਾਂ ਲੋਕਾਂ ਨੂੰ ਲੈ ਕੇ ਅੱਗੇ ਜਾ ਰਿਹਾ। ਸੋ 17 ਆਇਤ ਤੋਂ ਲੈ ਕੇ 22 ਆਇਤ ਤੱਕ ਜੇ ਸੁਣੀਏ। ਮੈਂ ਪੜ੍ਹ ਦਿੰਦੀ ਵਾਸੀ। ਗੋ ਅਹੈਡ ਮੇਰੀ। ਬੱਦਲ ਦਾ ਖੰਭਾ ਅਤੇ ਅੱਗ ਦਾ ਖੰਭਾ। ਜਦੋਂ ਫਿਰੌਨ ਰਾਜਾ ਨੇ ਇਜ਼ਰਾਈਲੀ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਰ ਉਹਨਾਂ ਨੂੰ ਨੇੜੇ ਦੇ ਰਾਹ ਅਰਥਾਤ ਫਿਲਿਸਤੀਆਂ ਦੀ ਧਰਤੀ ਉੱਤੋਂ ਦੀ ਨਾ ਲੈ ਕੇ ਗਿਆ। ਉਸਨੇ ਸੋਚਿਆ ਇਹ ਲੋਕ ਰਾਹ ਵਿੱਚ ਲੜਾਈ ਦੇਖ ਕੇ ਕਿਤੇ ਡਰ ਨਾ ਜਾਣ ਅਤੇ ਫਿਰ ਪਿਛਾਂਹ ਨਾ ਮੁੜ ਜਾਣ। ਇਸ ਲਈ ਪਰਮੇਸ਼ਰ ਉਹਨਾਂ ਨੂੰ ਰੇਗਿਸਤਾਨ ਦੇ ਰਾਹੀਂ ਲੰਮੇ ਰਾਹ ਥਾਈਂ ਲਾਲ ਸਾਗਰ ਦੀ ਵੱਲ ਲੈ ਗਿਆ। ਇਜ਼ਰਾਈਲੀ ਲੋਕ ਲੜਾਈ ਲਈ ਹਥਿਆਰਬੰਦ ਸਨ। ਮੂਸਾ ਨੇ ਆਪਣੇ ਨਾਲ ਯੂਸੁਫ ਦੀਆਂ ਹੱਡੀਆਂ ਵੀ ਲੈ ਲਈਆਂ। ਯੂਸੁਫ ਨੇ ਇਜ਼ਰਾਈਲੀ ਲੋਕਾਂ ਨੂੰ ਸਹੁੰ ਚੁਕਾਈ ਸੀ, ਜਦੋਂ ਪ੍ਰਭੂ ਤੁਹਾਡਾ ਧਿਆਨ ਕਰੇ ਤਾਂ ਮੇਰੀਆਂ ਹੱਡੀਆਂ ਇੱਥੋਂ ਆਪਣੇ ਨਾਲ ਲੈ ਜਾਣਾ। ਉਹਨਾਂ ਲੋਕਾਂ ਨੇ ਸਕੋਥ ਤੋਂ ਚੱਲ ਕੇ ਏਥਾਮ ਦੀ ਥਾਂ ਤੇ ਉਜਾੜ ਦੇ ਕੰਢੇ ਤੇ ਜਾ ਕੇ ਡੇਰੇ ਲਾਏ। ਪ੍ਰਭੂ ਉਹਨਾਂ ਦੇ ਅੱਗੇ ਅੱਗੇ ਦਿਨ ਦੇ ਸਮੇਂ ਬੱਦਲ ਦਾ ਖੰਭਾ ਬਣ ਕੇ ਅਤੇ ਰਾਤ ਦੇ ਵੇਲੇ ਅੱਗ ਦਾ ਖੰਭਾ ਬਣ ਕੇ ਚੱਲਦਾ ਸੀ ਕਿ ਉਹ ਰਾਤ ਦਿਨ ਯਾਤਰਾ ਕਰ ਸਕਣ। ਸੋ ਦਿਨ ਦੇ ਵੇਲੇ ਬੱਦਲ ਦਾ ਖੰਭਾ ਤੇ ਰਾਤ ਦੇ ਵੇਲੇ ਅੱਗ ਦਾ ਖੰਭਾ ਉਹਨਾਂ ਦੇ ਅੱਗੇ ਅੱਗੇ ਰਹਿੰਦਾ ਸੀ। ਉਹਨਾਂ ਦੇ ਨਾਲ ਰਹਿੰਦਾ ਸੀ। ਉਹਨਾਂ ਦੀ ਬੇਸਿਕਲੀ 3 ਹਫ਼ਤੇ ਦੀ ਯਾਤਰਾ ਹੈ ਜਿਹਦੇ ਉੱਤੇ ਉਹ ਜਾ ਰਹੇ ਆ। ਇਹ ਉਹਨਾਂ ਦੀ 3 ਹਫ਼ਤੇ ਦੀ ਯਾਤਰਾ ਹੈ। 3 ਹਫ਼ਤੇ ਉਹਨਾਂ ਨੂੰ ਲੱਗਣੇ ਆ ਲਾਲ ਸਾਗਰ ਦੇ ਕੰਢੇ ਤੱਕ ਪਹੁੰਚਣ ਦੇ ਲਈ। ਲੇਕਿਨ ਤੁਸੀਂ ਇੱਕ ਚੀਜ਼ ਇੱਥੇ ਨੋਟ ਕਰੋ ਕਿ ਕੱਲ ਅਸੀਂ ਇਹ ਦੇਖਿਆ ਸੀਗਾ ਕਿ 6000 ਮਰਦ ਸੀਗੇ, ਔਰ ਅਸੀਂ ਇਹ ਕਿਹਾ ਸੀ ਕਿ ਅਗਰ ਹਰੇਕ ਦੇ ਇੱਕ ਪਤਨੀ ਔਰ 2-2 ਬੱਚੇ ਉਹਨਾਂ ਦੇ ਨਾਲ ਗਿਣ ਲਏ ਜਾਣ
ਤੇ ਤਾਂ ਵੀ ਜਿਹੜੀ ਗਿਣਤੀ ਆ ਉਹ 24 ਲੱਖ ਬਣਦੀ। ਸੋ ਇਹ ਕੋਈ ਛੋਟੀ ਮੋਟੀ ਗਿਣਤੀ ਨਹੀਂ ਜਿਹੜੀ ਜਾ ਰਹੀ ਹੈ। ਉਹਨਾਂ ਦੇ ਨਾਲ ਬੱਚੇ ਵੀ ਆ। ਔਰ ਦੇਖੋ ਪ੍ਰਭੂ ਦੀ ਸੰਭਾਲ ਆਪਣੇ ਲੋਕਾਂ ਦੇ ਲਈ। ਪ੍ਰਭੂ ਦਿਨ ਦੇ ਵੇਲੇ ਉਹਨਾਂ ਨੂੰ ਛਾਂ ਦੇਣ ਦੇ ਲਈ ਉਹਨਾਂ ਦੇ ਉੱਤੇ ਬੱਦਲ ਦਾ ਖੰਭਾ ਹੈ, ਕਿਉਂਕਿ ਉੱਥੇ ਗਰਮੀ ਬਹੁਤ ਪੈਂਦੀ ਹੈ। ਔਰ ਉਹ ਬੱਦਲ ਦੀ ਛਾਂ ਦੇ ਥੱਲੇ ਆਪਣੀ ਯਾਤਰਾ ਕਰਦੇ ਪਏ। ਰਾਤ ਨੂੰ ਉਹਨਾਂ ਨੂੰ ਲੋਹ ਦੀ ਜ਼ਰੂਰਤ, ਔਰ ਪ੍ਰਭੂ ਅੱਗ ਦਾ ਖੰਭਾ ਬਣ ਕੇ ਉਹਨਾਂ ਦੇ ਅੱਗੇ ਅੱਗੇ ਚੱਲ ਰਿਹਾ। ਔਰ ਤੁਸੀਂ ਦੇਖੋ ਕਿ ਜਿਹੜੀ ਅਸੀਂ ਬਾਅਦ ਦੇ ਵਿੱਚ ਡਾਕੂਮੈਂਟਰੀ ਦੇਖਦੇ ਪਏ ਸੀ, ਉਹਨਾਂ ਇਲਾਕਿਆਂ ਦੇ ਵਿੱਚ ਹੁਣ ਕੋਈ ਦਰਿਆ ਨਹੀਂ, ਲੇਕਿਨ ਇੱਕ ਸਮੇਂ ਪ੍ਰਭੂ ਨੂੰ ਪਤਾ ਸੀ ਮੈਂ ਆਪਣੇ ਲੋਕਾਂ ਨੂੰ ਇੱਥੋਂ ਦੀ ਲੈ ਕੇ ਲੰਘਣਾ, ਤੇ ਉੱਥੋਂ ਥਾਣੀ ਇੱਕ ਦਰਿਆ ਵਗਿਆ, ਔਰ ਦਰਿਆ ਵਗ ਕੇ ਉਹ ਜਾ ਕੇ ਸਮੁੰਦਰ ਦੇ ਵਿੱਚ ਜਾ ਕੇ ਪਿਆ। ਔਰ ਸਮੁੰਦਰ ਦੇ ਵਿੱਚ ਜਿਸਲੇ ਉਹ ਦਰਿਆ ਜਾ ਕੇ ਪਿਆ, ਤੇ ਕਿਉਂਕਿ ਦਰਿਆ ਜਿਸਲੇ ਸਮੁੰਦਰ ਦੇ ਵਿੱਚ ਜਾ ਕੇ ਪੈਂਦਾ ਤੇ ਉਹ ਉੱਥੋਂ ਉਸਦਾ ਰਸਤੇ ਚੌੜਾ ਹੋ ਜਾਂਦਾ। ਸੋ ਉਸਨੇ ਉੱਥੇ ਘੱਟ ਤੋਂ ਘੱਟ 20 ਕਿਲੋਮੀਟਰ ਦਾ ਏਰੀਆ ਐਸਾ ਆ ਜਿੱਥੇ ਉਸਨੇ ਐਨ ਪੱਧਰੀ ਰੇਤ ਵਿਛਾ ਦਿੱਤੀ। ਔਰ ਸਮੁੰਦਰ ਦੇ ਵਿੱਚ ਵੀ ਇੱਕ ਪਾਸੇ ਤੋਂ ਲੈ ਕੇ ਪਾਣੀ ਦੇ ਜ਼ੋਰ ਨੇ ਦੂਜੇ ਪਾਸੇ ਤੱਕ ਵੀ ਥੱਲੇ ਰੇਤ ਵਿਛਾ ਦਿੱਤੀ। ਔਰ ਜਿਸ ਰਸਤੇ ਥਾਣੀ ਉਹ ਤੁਰ ਕੇ ਆ ਰਹੇ, ਉਹ ਸੁੱਕੇ ਦਰਿਆ ਦੇ ਉੱਤੋਂ ਦੀ ਤੁਰ ਕੇ ਆ ਰਹੇ ਆ, ਜਿਹਦੇ ਉੱਤੋਂ ਦੀ ਐਨ ਰੇਤ ਵਿਛੀ। ਦੇਖੋ ਪ੍ਰਭੂ ਦੇ ਪ੍ਰਬੰਧ। ਔਰ ਪ੍ਰਭੂ ਨੇ ਪਹਿਲਾਂ ਵੀ ਪ੍ਰਬੰਧ ਕੀਤਾ। ਪ੍ਰਭੂ ਅੱਜ ਦੇ ਦਿਨ ਦੀ ਵੀ ਜ਼ਰੂਰਤ ਦਾ ਵੀ ਪ੍ਰਬੰਧ ਕਰਦਾ ਪਿਆ, ਔਰ ਪ੍ਰਭੂ ਨੇ ਆਉਣ ਵਾਲੇ ਸਮੇਂ ਦੇ ਲਈ ਵੀ ਪ੍ਰਬੰਧ ਕੀਤਾ। ਕਿਉਂਕਿ ਸਮੁੰਦਰ ਦੇ ਥੱਲੇ ਕੋਈ ਰਸਤੇ ਨਹੀਂ ਬਣੇ ਹੁੰਦੇ, ਸਮੁੰਦਰ ਦੇ ਥੱਲੇ ਉੱਬੜ ਖਾਬੜ ਪਹਾੜ ਹੁੰਦੇ, ਔਰ ਸਮੁੰਦਰ ਦੇ ਥੱਲੇ ਦੀ ਪ੍ਰਭੂ ਨੇ ਉੱਥੋਂ ਥਾਣੀ ਇੱਕ ਐਸੀ ਜਗ੍ਹਾ ਆ ਜਿਹਦੇ ਉੱਤੇ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਪ੍ਰਭੂ ਨੇ ਰਸਤਾ ਬਣਾਇਆ। ਸਾਡੀਆਂ ਅੱਖਾਂ ਜੋ ਦੇਖਦੀਆਂ ਨੇ, ਕੰਨ ਜੋ ਸੁਣਦੇ ਨੇ, ਔਰ ਕਦੀ ਮਨ ਨੇ ਸੋਚਿਆ ਵੀ ਨਹੀਂ, ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਪ੍ਰਭੂ ਨੇ ਉਹ ਸਭ ਕੁਝ ਤਿਆਰ ਕੀਤਾ। ਅੱਜ ਦੀ ਜ਼ਰੂਰਤ ਹੈ, ਗਰਮੀ ਪੈਂਦੀ ਪਈ ਹੈ, ਪ੍ਰਭੂ ਨੇ ਉਹਨਾਂ ਦੇ ਉੱਤੇ ਬੱਦਲ ਦੀ ਛਾਂ ਕੀਤੀ। ਰਾਤ ਦੀ ਜ਼ਰੂਰਤ ਹੈ, ਉਹਨਾਂ ਨੂੰ ਲੋਹ ਚਾਹੀਦੀ ਹੈ, ਪ੍ਰਭੂ ਆਪ ਅੱਗ ਦਾ ਖੰਭਾ ਬਣ ਕੇ ਉਹਨਾਂ ਦੇ ਅੱਗੇ। ਮੇਰੇ ਪਿਆਰੇ ਭੈਣ ਤੇ ਭਰਾਓ, ਹਿੱਸਾ ਭਾਸ਼ਾ ਕਿ ਛੋਟਾ ਜਿਹਾ ਜਿਹੜਾ ਅਸੀਂ ਦੇਖ ਕੇ ਹਜੇ, ਪਰ ਇਹਦੇ ਵਿੱਚ ਬਰਕਤ ਦੇਖੋ, ਕਿੰਨੀ ਭਾਰੀ ਬਰਕਤ। ਜਿਸ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਅਸੀਂ ਚੱਲਦੇ ਪਏ, ਉਹ ਦੇਖੋ ਆਪਣੇ ਪਿਆਰਿਆਂ ਦੇ ਲਈ ਕੀ ਕੁਛ ਕਰਦਾ, ਉਹ ਆਪ ਕਰਦਾ, ਉਹ ਆਪ ਕਰਦਾ, ਹਰ ਚੀਜ਼ ਉਸ ਤੇ ਆਪ ਦੀ। ਉਸਨੂੰ ਪਤਾ ਹੈ ਕਿ ਮੈਂ ਜਿਸ ਲਈ ਆਪਣੇ ਲੋਕਾਂ ਨੂੰ ਲੈ ਕੇ ਲੰਘਣਾ, ਉਹਨਾਂ ਨੇ ਇਸ ਰਸਤੇ ਤਾਂ ਨਹੀਂ। ਔਰ ਅਸੀਂ ਵੀ ਜ਼ਿੰਦਗੀ ਦੇ ਜਿਹੜੇ ਵੀ ਰਸਤੇ ਥਾਣੀ ਲੰਘਦੇ ਪਏ, ਬੇਸ਼ੱਕ ਸਾਡੀਆਂ ਅੱਖਾਂ ਨਹੀਂ ਦੇਖਦੀਆਂ ਪਈ, ਪਰ ਸਾਨੂੰ ਇਸ ਚੀਜ਼ ਦਾ ਯਾਦ ਰੱਖਣਾ ਚਾਹੀਦਾ, ਜਿਹੜਾ ਸਾਨੂੰ ਉੱਥੋਂ ਦੀ ਲੈ ਕੇ ਲੰਘਦਾ ਪਿਆ, ਉਸਨੂੰ ਸਭ ਉਸਨੇ ਸਾਰੀ ਤਿਆਰੀ ਕੀਤੀ, ਔਰ ਉਹਨਾਂ ਨੂੰ ਲੈ ਕੇ ਉਸ ਰਸਤੇ ਥਾਣੀ ਪ੍ਰਭੂ ਜਾਂਦਾ ਪਿਆ। ਸੋ ਆਓ 14ਵੇਂ ਭਾਵ ਦੇ ਵਿੱਚੋਂ ਅਸੀਂ ਪਹਿਲਾਂ ਇਸ ਦੀਆਂ 18 ਆਇਤਾਂ ਦੇਖਾਂਗੇ, 1 ਤੋਂ ਲੈ ਕੇ 18। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਲਾਲ ਸਾਗਰ ਨੂੰ ਪਾਰ ਕਰਨਾ।
ਪ੍ਰਭੂ ਨੇ ਮੂਸਾ ਨੂੰ ਕਿਹਾ, ਇਜ਼ਰਾਈਲੀਆਂ ਨੂੰ ਕਹਿ ਕੇ ਪੀ ਹਹੀਰੋਤ ਦੇ ਸਾਹਮਣੇ ਮਿਗਦੋਲ ਅਤੇ ਲਾਲ ਸਾਗਰ ਦੇ ਵਿਚਕਾਰ ਬਾਲ ਸਫੋਨ ਦੇ ਲਾਗੇ ਆਪਣੇ ਡੇਰੇ ਲਾਉਣ। ਫਿਰਾਉਨ ਰਾਜਾ ਇਹ ਸੋਚੇਗਾ, ਇਜ਼ਰਾਈਲੀ ਭੌਂਦੇ ਹੋਏ ਮਾਰੂਥਲ ਵਿੱਚ ਭਟਕ ਗਏ ਹਨ। ਮੈਂ ਫਿਰਾਉਨ ਦਾ ਦਿਲ ਸਖਤ ਕਰ ਦੇਵਾਂਗਾ ਅਤੇ ਉਹ ਆਪਣੀ ਫੌਜ ਸਮੇਤ ਤੁਹਾਡਾ ਪਿੱਛਾ ਕਰੇਗਾ। ਤਦ ਮੈਂ ਰਾਜਾ ਅਤੇ ਉਸਦੀ ਫੌਜ ਕੋਲੋਂ ਮਾਣ ਪ੍ਰਾਪਤ ਕਰਾਂਗਾ। ਇਸ ਤੋਂ ਸਭ ਮਿਸਰੀ ਲੋਕ ਜਾਣਨਗੇ ਕਿ ਮੈਂ ਪ੍ਰਭੂ ਹਾਂ। ਇਜ਼ਰਾਈਲੀਆਂ ਨੇ ਸਭ ਕੁਝ ਪ੍ਰਭੂ ਦੇ ਕਹੇ ਅਨੁਸਾਰ ਕੀਤਾ। ਜਦੋਂ ਫਿਰਾਉਨ ਰਾਜਾ ਨੂੰ ਇਹ ਦੱਸਿਆ ਗਿਆ ਕਿ ਉਹ ਲੋਕ ਬਚ ਕੇ ਨੱਠ ਗਏ ਹਨ, ਤਾਂ ਰਾਜਾ ਅਤੇ ਉਸਦੇ ਅਧਿਕਾਰੀਆਂ ਦੇ ਮਨਾਂ ਵਿੱਚ ਇਜ਼ਰਾਈਲੀਆਂ ਲਈ ਫਿਰ ਭੈ ਆ ਗਿਆ। ਉਹ ਕਹਿਣ ਲੱਗੇ, ਅਸੀਂ ਇਹ ਕੀ ਕੀਤਾ? ਉਹ ਸਾਡੀ ਚੰਗੀ ਸੇਵਾ ਕਰਦੇ ਸਨ। ਇਸ ਲਈ ਰਾਜਾ ਨੇ ਆਪਣੀ ਫੌਜ ਨੂੰ ਤਿਆਰ ਕੀਤਾ ਅਤੇ ਆਪਣੇ ਚੁਣੇ ਹੋਏ 600 ਰੱਥਾਂ ਦੇ ਸਵਾਰਾਂ ਨੂੰ ਉਹਨਾਂ ਤੇ ਬਿਠਾਇਆ। ਫਿਰ ਉਸਨੇ ਇਜ਼ਰਾਈਲੀ ਲੋਕਾਂ ਦਾ ਪਿੱਛਾ ਕੀਤਾ ਜੋ ਵੱਡੀ ਜਿੱਤ ਦੇ ਨਾਲ ਮਿਸਰ ਵਿੱਚੋਂ ਨਿਕਲ ਗਏ ਸਨ। ਸੋ ਸਭ ਮਿਸਰੀਆਂ ਨੇ ਫਿਰੌਨ ਦੇ ਘੋੜਿਆਂ ਤੇ ਰੱਥਾਂ ਸਮੇਤ ਇਜ਼ਰਾਈਲੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਲਾਲ ਸਾਗਰ ਦੇ ਕੰਢੇ ਤੇ ਪੀ ਹਹੀਰੋਤ ਦੇ ਲਾਗੇ ਬਾਲ ਸਫੋਨ ਦੇ ਸਾਹਮਣੇ ਜਾ ਕੇ ਰਿਹਾ। ਜਦੋਂ ਫਿਰੌਨ ਦੀ ਫੌਜ ਇਜ਼ਰਾਈਲੀ ਲੋਕਾਂ ਦੇ ਲਾਗੇ ਪਹੁੰਚੀ ਤਾਂ ਉਹ ਲੋਕ ਫੌਜ ਨੂੰ ਦੇਖ ਕੇ ਭੈਭੀਤ ਹੋ ਉੱਠੇ। ਉਹਨਾਂ ਨੇ ਇੱਕਦਮ ਪ੍ਰਭੂ ਅੱਗੇ ਚਲਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮੂਸਾ ਨੂੰ ਕਿਹਾ, ਕਿ ਸਾਡੇ ਲਈ ਮਿਸਰ ਵਿੱਚ ਕਬਰਾਂ ਨਹੀਂ ਸਨ? ਫਿਰ ਤੂੰ ਸਾਨੂੰ ਇਸ ਉਜਾੜ ਬੀਆਬਾਨ ਵਿੱਚ ਕਿਉਂ ਮਰਨ ਦੇ ਲਈ ਲੈ ਆਇਆ? ਕਿ ਅਸੀਂ ਤੈਨੂੰ ਉੱਥੇ ਠੀਕ ਨਹੀਂ ਕਿਹਾ ਸੀ? ਸਾਨੂੰ ਇੱਥੇ ਹੀ ਰਹਿਣ ਦੇ। ਸਾਨੂੰ ਮਿਸਰੀਆਂ ਦੀ ਗੁਲਾਮੀ ਹੀ ਠੀਕ ਹੈ। ਪਰ ਮੂਸਾ ਨੇ ਆਪਣੇ ਲੋਕਾਂ ਨੂੰ ਉੱਤਰ ਦਿੱਤਾ, ਧੀਰਜ ਕਰੋ, ਡਰੋ ਨਹੀਂ। ਕੇਵਲ ਅੱਜ ਤੁਸੀਂ ਪ੍ਰਭੂ ਦੇ ਛੁਟਕਾਰੇ ਨੂੰ ਦੇਖੋ ਜੋ ਤੁਹਾਨੂੰ ਇਹਨਾਂ ਦੇ ਹੱਥੋਂ ਦਿੰਦਾ ਹੈ। ਅੱਜ ਦੇ ਪਿੱਛੋਂ ਤੁਸੀਂ ਇਹਨਾਂ ਮਿਸਰੀਆਂ ਨੂੰ ਫਿਰ ਕਦੇ ਨਹੀਂ ਦੇਖੋਗੇ। ਅੱਜ ਪ੍ਰਭੂ ਤੁਹਾਡੇ ਵੱਲੋਂ ਯੁੱਧ ਕਰੇਗਾ, ਤੁਸੀਂ ਕੇਵਲ ਖੜੇ ਤਮਾਸ਼ਾ ਦੇਖਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਮੇਰੇ ਨਾਂ ਦੀ ਦੁਹਾਈ ਕਿਉਂ ਦੇ ਰਿਹਾ ਹੈ? ਲੋਕਾਂ ਨੂੰ ਕਹਿ ਕੇ ਉਹ ਅੱਗੇ ਵਧਣ। ਤੂੰ ਆਪਣੀ ਲਾਠੀ ਅਗਾਂਹ ਵਧਾ ਕੇ ਸਾਗਰ ਦੇ ਪਾਣੀ ਤੇ ਮਾਰ ਕੇ ਇਸ ਨੂੰ 2 ਹਿੱਸਿਆਂ ਵਿੱਚ ਵੰਡ ਦੇ। ਤੇਰੇ ਲੋਕ ਸੁੱਕੀ ਧਰਤੀ ਤੋਂ ਦੀ ਸਾਗਰ ਦੇ ਦੂਜੇ ਪਾਸੇ ਪਹੁੰਚ ਜਾਣਗੇ। ਮੈਂ ਮਿਸਰੀਆਂ ਦੇ ਦਿਲ ਸਖਤ ਕਰ ਦੇਵਾਂਗਾ ਅਤੇ ਉਹ ਵੀ ਤੁਹਾਡੇ ਪਿੱਛੇ ਆਉਣਗੇ। ਤਦ ਮੈਂ ਫਿਰੌਨ ਦੀ ਫੌਜ, ਰੱਥ ਸਵਾਰਾਂ ਤੇ ਘੋੜ ਸਵਾਰਾਂ ਤੋਂ ਆਪਣਾ ਮਾਣ ਕਰਵਾਵਾਂਗਾ। ਇਸ ਤਰ੍ਹਾਂ ਮਿਸਰੀ ਜਾਣਨਗੇ ਕਿ ਮੈਂ ਫਿਰੌਨ ਉਸਦੇ ਰੱਥ ਸਵਾਰਾਂ ਅਤੇ ਘੋੜ ਸਵਾਰਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ। ਜਿਸ ਲਈ ਹੁਣ ਅਸੀਂ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਬੜੀ ਪਿਆਰੀ ਚੀਜ਼ ਆਈ ਕਿ ਰਾਜਾ ਫਿਰੌਨ ਦਾ ਜਿਹੜਾ ਮਨ ਆ ਉਹ ਫਿਰ ਸਖਤ ਹੋ ਗਿਆ। ਔਰ ਜਿਸ ਲਈ ਉਸ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਇਹ ਲੋਕ ਪੀ ਹਹੀਰੋਤ ਦੇ ਇਲਾਕੇ ਨੂੰ ਚਲੇ ਗਏ ਨਾ। ਜੇ ਹੁਣ ਉਹ ਸੋਚਦਾ ਕਿ ਇਹਨਾਂ ਨੇ ਕਨਾਨ ਦੇਸ਼ ਦੇ ਵਿੱਚ ਜਾਣਾ, ਤੇ ਉਹ ਤਾਂ ਰਸਤਾ ਹੀ ਬਿਲਕੁਲ ਅਲੱਗ ਸੀਗਾ। ਉਹ ਤਾਂ ਰਸਤਾ ਉੱਪਰ ਦੀ ਸੀਗਾ, ਸਾਗਰ ਦੇ ਉੱਪਰ ਦੀ ਸੀਗਾ। ਲੇਕਿਨ ਪ੍ਰਭੂ ਉਹਨਾਂ ਨੂੰ ਉਸ ਰਸਤੇ ਥਾਣੀ ਨਹੀਂ ਲੈ ਕੇ ਗਿਆ। ਪ੍ਰਭੂ ਉਹਨਾਂ ਨੂੰ ਉਸ ਰਸਤੇ ਥਾਣੀ ਲੈ ਕੇ ਗਿਆ ਜਿਸ ਨੂੰ ਇਹ ਸੋਚ ਕੇ ਰਾਜਾ ਸੋਚੇ ਕਿ ਜਿਹੜਾ ਉਹਨਾਂ ਦਾ ਦੇਵਤਾ, ਇੱਕ ਜਿਹੜਾ ਉਹਨਾਂ ਦਾ ਮੇਨ ਦੇਵਤਾ ਆ ਔਰ ਜਿਸ ਦਾ ਨਾਂ ਥਾਥ ਆ, ਉਹ ਦੇਵਤਾ ਨੇ ਉਹਨਾਂ ਦੀ ਬੁੱਧੀ ਖਰਾਬ ਕਰ ਦਿੱਤੀ। ਸੋ ਮੇਰੇ ਦੇਵਤੇ ਮੇਰਾ ਸਾਥ ਦਿੰਦੇ ਪਏ, ਸੋ ਮੇਰੇ ਕੋਲ ਮੌਕਾ ਆ ਕਿ ਮੈਂ ਜਾ ਕੇ ਉਹਨਾਂ ਨੂੰ ਘੇਰ ਕੇ ਵਾਪਸ ਲੈ ਆਵਾਂ। ਔਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਪਈਆਂ, ਜਿੱਦਾਂ ਅਸੀਂ ਦੇਖਿਆ ਸੀ ਕਿ ਪ੍ਰਭੂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦੇ ਸਾਰੇ ਦੇਵਤਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਾਂਗਾ। ਔਰ ਇਹ ਇੱਕ ਐਸਾ ਦੇਵਤਾ ਆ ਜਿਸ ਨੂੰ ਅੱਜ ਵੀ ਲੋਕ, ਜਿਹੜੇ ਲੋਕ ਟੂਣੇ ਤਬੀਤ ਸਾਰੀਆਂ ਚੀਜ਼ਾਂ ਕਰਦੇ ਆ, ਇਹ ਸਾਰਾ ਗਿਆਨ ਉਸ ਤੋਂ ਆਉਂਦਾ ਹੈ। ਅੱਜ ਵੀ ਲੋਕ ਇਸ ਦੀ ਜਿਹੜੀ ਕਿਤਾਬ ਆ ਬੁੱਕ ਆਫ ਦ ਥਾਟ ਉਹ ਖਰੀਦਦੇ ਆ ਔਰ ਉਸਦੇ ਵਿੱਚ ਉਹ ਸਾਰੇ ਜਿੰਨੇ ਮੰਤਰ ਤੰਤਰ ਜੋ ਚੀਜ਼ਾਂ ਆ ਉਸਦੇ ਵਿੱਚ ਲਿਖੀ। ਔਰ ਅੱਜ ਵੀ ਇਹਦੇ ਮੰਨਣ ਵਾਲੇ ਇਸ ਦੀਆਂ ਤਸਵੀਰਾਂ ਖਰੀਦਦੇ ਆ ਘਰਾਂ ਦੇ ਵਿੱਚ। ਸੋ ਉਸ ਦੀ ਮੈਂ ਤੁਹਾਨੂੰ ਇੱਕ ਨਿਸ਼ਾਨੀ ਦਿਖਾਉਣਾ ਜਿਹੜੇ ਅਸੀਂ ਅਗਰ ਤੁਸੀਂ ਆ ਦੇਖੋ, ਇਹ ਦੇਵਤੇ ਨੂੰ ਤੁਸੀਂ ਦੇਖੋਗੇ ਤੇ
ਇਹ ਦੇਖਣ ਨੂੰ ਬੱਤਕ ਵਰਗਾ ਜਾਂ ਬੰਗਲੇ ਵਰਗਾ ਹੈ। ਸੋ ਅਗਰ ਅਸੀਂ ਇਸ ਨੂੰ ਦੇਖੀਏ, ਅਗਰ ਤੁਸੀਂ ਦੂਸਰੇ ਪਾਸੇ ਦੇਖੋਗੇ ਤਾਂ ਇਹ ਦੇਖੋਗੇ ਕਿ 65 ਰੁਪਏ ਦੀ ਇਹ ਜਿਹੜੀ ਮੂਰਤੀ ਲੱਗੀ ਹੋਆ ਤੇ $9.95 ਜਿਹੜੀ ਹੈ ਉਹ ਸ਼ਿਪਿੰਗ ਮੰਗਦੇ। ਕੌਣ ਖਰੀਦਦੇ? ਕਿਹੜੇ ਲੋਕ ਖਰੀਦਦੇ? ਜਿਹੜੇ ਲੋਕ ਜਾਦੂ ਟੂਣਿਆਂ ਦੇ ਵਿੱਚ ਵਿਸ਼ਵਾਸ ਕਰਦੇ, ਉਹ ਇਹਨਾਂ ਨੂੰ ਲੈਂਦੇ ਔਰ ਇਹ ਉਹਨਾਂ ਦਾ ਦੇਵਤਾ। ਸੋ ਉਹਨਾਂ ਦੇ ਅਨੁਸਾਰ, ਰਾਜੇ ਦੇ ਅਨੁਸਾਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਕਿ ਉਹਨਾਂ ਦੇ ਦੇਵਤੇ ਨੇ ਉਹਨਾਂ ਦੀ ਮੱਤ ਮਾਰ ਲਈ ਆ ਔਰ ਉਹਨਾਂ ਨੂੰ ਲੈ ਕੇ ਉਹ ਗਲਤ ਜਗ੍ਹਾ ਤੇ ਚਲਾ ਗਿਆ ਤੇ ਹੁਣ ਅਸੀਂ ਜਾ ਕੇ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਹਾਂ। ਜਿਹੜੇ ਜੋ ਵੀ ਸਾਡੇ ਮੋਰੇ ਅੜੀ ਕਰੇਗਾ ਉਸ ਨੂੰ ਮਾਰ ਦਿੱਤਾ ਜਾਏਗਾ ਔਰ ਬਾਕੀਆਂ ਨੂੰ ਘੇਰ ਕੇ ਅਸੀਂ ਵਾਪਸ ਲੈ ਕੇ ਆਉਂਦੇ ਹਾਂ। ਸੋ ਆਪਣੀ ਪੂਰੀ ਫੌਜ ਤਿਆਰ ਕਰਕੇ ਲੈ ਕੇ ਗਿਆ ਔਰ ਹੁਣ ਇੱਕ ਉਹ ਹੋਰ ਦੇਵਤੇ ਦੇ ਨੂੰ ਨਾਲ ਲੈ ਕੇ ਗਿਆ ਜਿਹੜਾ ਉਹਨਾਂ ਦਾ ਜਿਹਨਾਂ ਦਾ ਦੇਵਤਾ ਮਾਨਤੁਸ ਸੀ ਔਰ ਉਹ ਉਹਨਾਂ ਦਾ ਜੰਗ ਦਾ ਦੇਵਤਾ ਸੀ, ਲੜਾਈ ਦਾ ਦੇਵਤਾ ਸੀ। ਸੋ ਉਸ ਦੇਵਤੇ ਨੂੰ ਵੀ ਉਹ ਆਪਣੇ ਨਾਲ ਉਹਦੀ ਹਜ਼ੂਰੀ ਵੀ ਉਹ ਆਪਣੇ ਨਾਲ ਲੈ ਕੇ ਗਿਆ, ਕਿਉਂਕਿ ਇਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਆ ਕੇ ਫਿਰ ਤੁਰਦੇ ਹੁੰਦੇ ਸੀ। ਔਰ ਉਹ ਜਿਹੜਾ ਜੰਗ ਦਾ ਦੇਵਤਾ, ਜਿਹੜੇ ਦੋ ਦੇਵਤੇ ਇਹਨਾਂ ਦੇ ਮੇਨ ਸੀਗੇ, ਜੰਗ ਦੇ ਔਰ ਮੌਤ ਦੇ ਦੇਵਤੇ, ਉਹਨਾਂ ਨੂੰ ਇਹ ਬਹੁਤ ਜ਼ਿਆਦਾ ਇਹ ਜਿਹੜੇ ਲੋਕ ਸੀਗੇ ਮੰਨਦੇ ਸੀ। ਈਵਨ ਜਿਸਲੇ ਇਹਨਾਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਸੀਗੀਆਂ ਤੇ ਉਹ ਜਿਹੜੇ ਦੇਵਤੇ ਸੀਗੇ, ਸੋ ਆਹ ਇਹਨਾਂ ਦਾ ਜਿਹੜਾ ਦੇਵਤਾ ਆ ਇਹ ਮੌਤ ਦਾ ਦੇਵਤਾ। ਅਗਰ ਕੋਈ ਫੌਜੀ ਮਰ ਜਾਵੇ, ਜੰਗ ਦੇ ਵਿੱਚ ਮਰ ਜਾਵੇ, ਤਾਂ ਇਹ ਦੇਵਤਾ ਜਿਹੜਾ ਉਸਨੂੰ ਅੰਡਰਵਰਲਡ ਲੈ ਕੇ ਜਾਂਦਾ, ਜਿਹੜਾ ਥੱਲੇ ਲੈ ਕੇ ਜਾਂਦਾ। ਸੋ ਦੂਸਰਾ ਉਹਨਾਂ ਦਾ ਜਿਹੜਾ ਦੇਵਤਾ ਜਿਹੜਾ ਉਹਨਾਂ ਦਾ ਜੰਗ ਦਾ ਦੇਵਤਾ, ਉਹ ਅਸੀਂ ਇੱਥੇ ਦੇਖ ਸਕਦੇ ਹਾਂ, ਇਹ ਉਹਨਾਂ ਦਾ ਜੰਗ ਦਾ ਦੇਵਤਾ। ਸੋ ਅਗਰ ਤੁਸੀਂ ਦੇਖੋ ਇਸਦੇ ਕਈ ਰੂਪ ਸੀਗੇ। ਇੱਕ ਆਹ ਰੂਪ ਜਿਹੜਾ ਹੈਗਾ ਇਹ ਵੀ ਹੈਗਾ, ਲੇਕਿਨ ਇੱਕ ਜਿਹੜਾ ਰੂਪ ਜਿਸ ਨੂੰ ਉਹ ਮੰਨਦੇ ਆ ਉਹ ਆਹ ਰੂਪ ਵੀ ਹੈਗਾ, ਜਿਹੜੇ ਉੱਥੇ ਨਿਸ਼ਾਨਾਤ ਪਾਏ ਜਾਂਦੇ ਆ। ਔਰ ਇਹ ਜਿਹੜਾ ਰੂਪ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਪਾਇਆ ਜਾਂਦਾ। ਇਹ ਸਾਰੇ ਦੇਵਤੇ ਜਿਹੜੇ ਜੰਗ ਦੇ ਦੇਵਤੇ ਆ, ਜਿਨ੍ਹਾਂ ਨੂੰ ਇਹ ਲੋਕ ਮੰਨਦੇ ਸੀ। ਔਰ ਅਗਲਾ ਦੇਵਤਾ ਸੀ ਜਿਹੜਾ ਇਹਨਾਂ ਦੀ ਜ਼ਿੰਦਗੀ ਦਾ ਦੇਵਤਾ ਸੀਗਾ, ਜਿਹੜਾ ਲਾਈਫ ਦਾ ਦੇਵਤਾ ਸੀ, ਉਹ ਸੀ ਓਸਾਇਰਸ। ਓਸਾਇਰਸ ਜਿਹੜਾ ਸੀਗਾ ਉਸ ਦੀ ਹਜ਼ੂਰੀ, ਇਹ ਤਿੰਨ ਜਾਂ ਚਾਰ ਦੇਵਤੇ ਰਹਿ ਗਏ ਸੀਗੇ ਜਿਨ੍ਹਾਂ ਨੂੰ ਹਾਲੇ ਹਾਰ ਨਹੀਂ ਦਿੱਤੀ ਗਈ ਸੀ। ਔਰ ਇਹ ਸਾਰੇ ਦੇਵਤਿਆਂ ਨੂੰ ਉਹ ਹਜ਼ੂਰੀ ਨੂੰ ਹੁਣ ਆਪਣੇ ਨਾਲ ਲੈ ਕੇ ਗਿਆ ਔਰ ਉਹ ਸੋਚਦਾ ਪਿਆ ਕਿ ਹੁਣ ਮੈਂ ਜੰਗ ਜਿੱਤ ਕੇ ਵਾਪਸ ਆਊਂਗਾ ਔਰ ਲੋਕਾਂ ਨੂੰ ਵਾਪਸ ਲੈ ਕੇ ਆਊਂਗਾ। ਲੇਕਿਨ ਪ੍ਰਭੂ ਨੇ ਉਹਨਾਂ ਦਾ ਇੱਕ ਵੀ ਵੱਡੇ ਦੇਵਤਿਆਂ ਦੇ ਵਿੱਚੋਂ ਇੱਕ ਵੀ ਦੇਵਤਾ ਐਸਾ ਨਹੀਂ ਰਹਿਣ ਦਿੱਤਾ ਜਿਸ ਨੂੰ ਹਾਰ ਉਸਨੇ ਨਹੀਂ ਦਿੱਤੀ, ਤਾਂ ਕਿ ਇਹ ਲੋਕ ਇਹ ਨਾ ਸੋਚ ਸਕਣ ਕਿ ਸਾਡੇ ਕੋਲ ਇੱਕ ਦੇਵਤਾ ਜਿਹੜਾ ਰਹਿ ਗਿਆ ਸੀ ਔਰ ਇਸ ਚੀਜ਼ ਦਾ ਅਸਰ ਇਸ ਰਾਜੇ ਦੇ ਬੇਟੇ ਤੇ ਬਹੁਤ ਪਿਆ ਸੀ, ਇਹਦੇ ਪੁੱਤਰ ਤੇ ਬਹੁਤ ਪਿਆ ਸੀ, ਜਿਹਨੇ ਇਸ ਤੋਂ ਬਾਅਦ ਗੱਦੀ ਸੰਭਾਲੀ ਸੀ, ਉਸ ਦੇ ਉੱਤੇ ਬਹੁਤ ਪਿਆ ਸੀ। ਔਰ ਕਈ ਕਹਿੰਦੇ ਕਿ ਉਹ ਇਸ ਦਾ ਪੋਤਾ ਸੀ, ਕਈ ਕਹਿੰਦੇ ਨਹੀਂ ਉਹ ਇਸ ਦਾ ਪੁੱਤਰ ਸੀ। ਇਸ ਬੇਸਿਕਲੀ ਅਸੀਂ ਜਿਹੜੀ ਚੀਜ਼ ਦੇਖਾਂਗੇ ਉਹਦੇ ਤੋਂ ਕੋਈ ਨਹੀਂ ਡਿਨਾਈ ਕਰਦਾ, ਉਹ ਅਸੀਂ ਕੱਲ ਨੂੰ ਦੇਖਾਂਗੇ। ਲੇਕਿਨ ਅਸੀਂ ਹੁਣ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਕਿਹਾ ਸੀ ਕਿ ਮੈਂ ਦੇਵਤਿਆਂ ਤੇ ਵੀ ਜਿੱਤ ਦਊਂਗਾ ਔਰ ਮੈਂ ਰਾਜੇ ਦੀ ਫੌਜ ਨੂੰ ਵੀ ਤੁਹਾਨੂੰ ਜਿੱਤ ਦਊਂਗਾ। ਔਰ ਮੂਸਾ ਨੇ ਜਿਹੜੀਆਂ 2-3 ਚੀਜ਼ਾਂ ਕਹੀਆਂ ਉਹ ਬਹੁਤ ਦੇਖਣ ਵਾਲੀਆਂ, ਲੋਕਾਂ ਦਾ ਹਾਲ ਅਸੀਂ ਹੁਣ ਇੱਥੇ ਪਹਿਲਾਂ ਹੀ ਦੇਖ ਸਕਦੇ। ਔਰ ਸਾਡਾ ਹਾਲ ਵੀ ਇਹੋ ਹੋ ਜਾਂਦਾ ਜਿਸ ਲਈ ਵੀ ਅਸੀਂ ਭਾਰੇ ਸਮੇਂ ਦੇ ਵਿੱਚ ਵੀ ਨਿਕਲਦੇ। ਸਾਡੇ ਕੋਲ 2 ਚੋਇਸਿਸ ਨੇ ਉਸ ਵੇਲੇ ਜਾਂ ਤਾਂ ਅਸੀਂ ਇਹਨਾਂ ਲੋਕਾਂ ਦੇ ਵਾਂਗ, ਇਹਨਾਂ ਲੋਕਾਂ ਨੇ ਦੇਖੋ ਕਿੰਨੇ ਮਿਰਾਕਲ ਦੇਖ ਲਏ, ਪਰ ਕੀ ਮਿਰਾਕਲ ਦੇਖਣ ਦੇ ਨਾਲ ਕਿਸੇ ਦੇ ਵਿਸ਼ਵਾਸ ਬਹੁਤ ਪੱਕਾ ਹੋ ਜਾਂਦਾ? ਐਬਸੋਲੂਟਲੀ ਨਾ। ਮਿਰਾਕਲਾਂ ਦੇ ਨਾਲ ਵਿਸ਼ਵਾਸ ਨਹੀਂ ਪੱਕਾ। ਵਿਸ਼ਵਾਸ ਪਰਮੇਸ਼ਵਰ ਦੀ ਬਹੁਤ ਵੱਡੀ ਦਇਆ ਹੈ, ਉਸ ਦੀ ਬਹੁਤ ਵੱਡੀ ਕਿਰਪਾ, ਇਹ ਮੰਗੇ ਤੇ। ਸੋ
ਲੋਕਾਂ ਨੇ ਜਿਸਲੇ ਦੇਖਿਆ ਕਿ ਹੁਣ ਫੌਜ ਆ ਰਹੀ ਹੈ, ਸੋ ਉਹਨਾਂ ਨੇ ਕੀ ਕਿਹਾ? 10ਵੀਂ, ਜਦੋਂ ਫਿਰੌਨ ਦੀ ਫੌਜ ਇਜ਼ਰਾਈਲੀ ਲੋਕਾਂ ਦੇ ਲਾਗੇ ਪਹੁੰਚੀ ਤਾਂ ਉਹ ਲੋਕ ਫੌਜ ਨੂੰ ਦੇਖ ਕੇ ਭੈਭੀਤ ਹੋ ਉੱਠੇ। ਉਹਨਾਂ ਨੇ ਇੱਕਦਮ ਪ੍ਰਭੂ ਦੇ ਅੱਗੇ ਜਾ ਕੇ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਮੂਸਾ ਨੂੰ ਕਿਹਾ ਕਿ ਸਾਡੇ ਲਈ ਮਿਸਰ ਦੇ ਵਿੱਚ ਕਬਰਾਂ ਨਹੀਂ ਸਨ, ਫਿਰ ਤੂੰ ਸਾਨੂੰ ਇਸ ਉਜਾੜ ਬਿਆਬਾਨ ਦੇ ਵਿੱਚ ਕਿਉਂ ਮਰਨ ਦੇ ਲਈ ਲੈ ਆਇਆ? ਕੀ ਅਸੀਂ ਤੈਨੂੰ ਉੱਥੇ ਠੀਕ ਨਹੀਂ ਕਿਹਾ ਸੀ ਕਿ ਸਾਨੂੰ ਇੱਥੇ ਹੀ ਰਹਿਣ ਦੇ, ਸਾਨੂੰ ਮਿਸਰੀਆਂ ਦੀ ਗੁਲਾਮੀ ਹੀ ਠੀਕ ਹੈ, ਸਾਨੂੰ ਮਿਸਰੀਆਂ ਦੀ ਗੁਲਾਮੀ ਹੀ ਠੀਕ ਹੈ। ਲਾਈਕ ਉਹਨਾਂ ਨੂੰ ਆਪਣੇ ਬਜ਼ੁਰਗੇ ਜਿਸ ਦੀਆਂ ਉਹਨਾਂ ਨੇ ਹੱਡੀਆਂ ਨਾਲ ਅਸਥੀਆਂ ਨਾਲ ਲੈ ਕੇ ਆਏ ਹੋ, ਯੂਸਫ ਉਹਦੀਆਂ ਅਸਥੀਆਂ ਨਾਲ ਲੈ ਕੇ ਆਏ ਹੋ। ਇਹ ਨੇਮ ਦੀ ਨਿਸ਼ਾਨੀ ਆ ਜੋ ਪ੍ਰਭੂ ਨੇ ਬੰਨੀਆਂ। ਯੂਸਫ ਨੇ ਕਿਹਾ ਸੀ ਕਿ ਮੈਨੂੰ ਮੇਰੀਆਂ ਹੱਡੀਆਂ ਇੱਥੇ ਨਾ ਰਹਿਣ ਦਿਓ। ਸਾਰਿਆਂ ਦੀਆਂ ਤਾਂ ਨਹੀਂ ਲਿਆ ਸਕਦੇ ਸੀ, ਲੇਕਿਨ ਪ੍ਰਭੂ ਨੇ ਇੱਕ ਨੂੰ ਇਸ ਕਰਕੇ ਚੁਣਿਆ ਕਿ ਇਹਨਾਂ ਨੂੰ ਯਾਦ ਹੈ। ਸੋ ਉਸ ਦੀਆਂ ਅਸਥੀਆਂ ਬੜੀਆਂ ਇੱਜ਼ਤ ਦੇ ਨਾਲ ਇੱਕ ਸੰਦੂਕ ਦੇ ਵਿੱਚ ਪਾ ਕੇ ਉਹਨਾਂ ਨੂੰ 4 ਬੰਦਿਆਂ ਨੇ ਚੁੱਕਿਆ ਆ, ਔਰ ਉਹ ਮੂਸਾ ਦੇ ਪਿੱਛੇ ਪਿੱਛੇ, ਮੋਰੇ ਮੂਸਾ ਪਿੱਛੇ ਉਹ ਨਾਲ ਚੱਲਦੀਆਂ ਪਈਆਂ। ਇਹਨਾਂ ਦੇ ਸਾਹਮਣੇ ਦੇਖਣ ਨੂੰ ਸਾਰੀਆਂ ਚੀਜ਼ਾਂ, ਲੇਕਿਨ ਇਹਨਾਂ ਦੀ ਹਾਲਤ ਦੇਖੋ। ਅਸੀਂ ਉੱਥੇ ਹੀ ਠੀਕ ਸੀ, ਸਾਨੂੰ ਗੁਲਾਮੀ ਚੰਗੀ ਸੀ, ਤੂੰ ਸਾਨੂੰ ਇੱਥੇ ਕਿਉਂ ਲਿਆ? ਪਰ ਕਿੰਨਾ ਪਿਆਰਾ ਵਿਸ਼ਵਾਸ ਜੋ ਉਸਨੇ ਮੂਸਾ ਨੂੰ ਦਿੱਤਾ, ਔਰ ਹਾਲੇ ਉਹ ਇਬਰਾਨੀਆਂ ਦੇ ਵਿੱਚ ਪੜਿਆ ਨਹੀਂ, ਉਹਨਾਂ ਦੇ ਨਾਲ ਨਹੀਂ ਪੜਿਆ ਹੈ। ਔਰ ਉਹਨੂੰ ਜੋ ਵਿਸ਼ਵਾਸ ਪ੍ਰਭੂ ਨੇ ਦਿੱਤਾ, ਦੇਖੋ ਕਿੰਨਾ ਪਿਆਰਾ। ਕਹਿੰਦਾ ਮੂਸਾ ਨੇ ਲੋਕਾਂ ਨੂੰ ਉੱਤਰ ਦਿੱਤਾ, ਧੀਰਜ ਕਰੋ। ਔਰ ਜਿਸ ਵੇਲੇ ਵੀ ਸਾਡੇ ਤੇ ਭਾਰਾ ਸਮਾਂ ਆਉਂਦਾ, ਇਹ ਪਹਿਲੀ ਚੀਜ਼ ਪੇਸ਼, ਧੀਰਜ ਕਰੋ, ਡਰੋ ਨਹੀਂ। ਸੋ ਬਹੁਤ ਵੱਡੀ ਮੁਸੀਬਤ ਜਿੱਥੇ ਉਹ ਬੈਠੇ ਆ, ਜਿਹੜੀ ਜਗ੍ਹਾ ਅਸੀਂ ਦੇਖੀ ਸੀ, ਮੂਵੀ ਦੇ ਵਿੱਚ ਦੇਖੀ ਸੀ, ਕੱਲ ਨੂੰ ਫਿਰ ਦੇਖਾਂਗੇ। ਜਿਸ ਜਗ੍ਹਾ ਦੇ ਵਿੱਚ ਉਹ ਬੈਠੇ ਹੋ ਆ, ਪ੍ਰਭੂ ਨੇ ਬੜੇ ਤਰੀਕੇ ਦੇ ਨਾਲ ਬਣਾਈ ਹੋਆ। ਉਹ ਦੌੜ ਨਹੀਂ ਸਕਦੇ ਕਿਸੇ ਪਾਸੇ, ਕਿਉਂਕਿ ਪਿੱਛੋਂ ਦਰਿਆ ਆਉਂਦਾ ਪਿਆ। ਉਹ ਦਰਿਆ ਅੱਗੇ ਜਾ ਕੇ ਏਦਾਂ ਫੈਲ ਜਾਂਦਾ। ਉੱਥੇ ਅਬਾਊਟ ਜਿਹੜੀ ਜਗ੍ਹਾ ਪ੍ਰਭੂ ਨੇ ਬਣਾਈ ਹੋਆ, ਉਹਨਾਂ ਲੋਕਾਂ ਦੀ ਜ਼ਰੂਰਤ ਦੇ ਅਨੁਸਾਰ ਉਹ ਜਗ੍ਹਾ ਬਣਾਈ ਹੋਆ ਜਿੱਥੇ ਉਹਨਾਂ ਨੇ ਡੇਰੇ ਲਾਏ ਹੋ। ਉਹਦੇ ਇਧਰਲੇ ਪਾਸੇ ਵੀ ਪਹਾੜ ਆ ਤੇ ਦੂਜੇ ਪਾਸੇ ਵੀ ਪਹਾੜ, ਉਹਦੇ ਸੱਜੇ ਵੀ ਪਹਾੜ ਆ ਤੇ ਖੱਬੇ ਵੀ ਪਹਾੜ ਆ, ਔਰ ਪਿੱਛੇ ਜਿਹੜੀ ਆ ਉਹ ਸੈਨਾ ਖੜੀ, ਦੌੜ ਨਹੀਂ ਸਕਦੇ ਕਿਸੇ ਪਾਸੇ। ਸੋ ਪ੍ਰਭੂ ਨੇ ਉਹਨਾਂ ਨੂੰ ਉੱਥੇ ਲਿਜਾ ਕੇ ਬਿਠਾਇਆ, ਔਰ ਪ੍ਰਭੂ ਨੇ ਹੁਣ ਜਿਹੜਾ ਮਹਾਨ ਕੰਮ ਕਰਨਾ, ਔਰ ਇਸੇ ਕਰਕੇ ਪ੍ਰਭੂ ਦਾ ਬੰਦਾ ਕਹਿ ਰਿਹਾ, ਡਰੋ ਨਹੀਂ, ਧੀਰਜ ਰੱਖੋ। ਕੇਵਲ ਅੱਜ ਤੁਸੀਂ ਪ੍ਰਭੂ ਦੇ ਛੁਟਕਾਰੇ ਨੂੰ ਦੇਖੋ। ਉਹ ਤੁਹਾਨੂੰ ਇਹਨਾਂ ਦੇ ਹੱਥੋਂ ਦਿੰਦਾ ਹੈ, ਪਰ ਅੱਜ ਤੋਂ ਤੁਸੀਂ ਇਹਨਾਂ ਮਿਸਰੀਆਂ ਨੂੰ ਫਿਰ ਕਦੀ ਨਹੀਂ। ਇਹ ਤੁਹਾਡੇ ਤੇ ਕਨਾਨ ਦੇ ਵਿੱਚ ਤੁਹਾਡੇ ਤੇ ਹਮਲਾ ਕਰਨਾ ਨਹੀਂ ਆਉਂਦੇ। ਇਹਨਾਂ ਦੀ ਹਾਲਤ ਉਹ ਇਹ ਕਰੇਗਾ, ਇਹ ਤੁਹਾਡੇ ਪਿੱਛੇ ਮੁੜ ਕੇ ਨਹੀਂ ਕਰੇਗਾ। ਠੀਕ, ਕਿਉਂਕਿ ਜੇ ਉਹਨਾਂ ਦੀ ਫੌਜ ਬਣੀ ਰਹਿ ਜਾਂਦੀ, ਹੁਣ ਤੁਸੀਂ ਇਹ ਚੀਜ਼ ਸੋਚਣ ਵਾਲੀ ਹੈ, ਜੇ ਮਿਸਰੀਆਂ ਦੀ ਫੌਜ ਬਣੀ ਰਹਿ ਜਾਂਦੀ ਤੇ ਯਾਦ ਰੱਖੋ ਕਨਾਨ ਨੂੰ ਜਾਣ ਦੇ ਲਈ ਇੱਕ ਹੋਰ ਵੀ ਰਸਤਾ ਹੈਗਾ, ਜਿੱਥੋਂ ਥਾਣੀ ਸਾਰੀ ਫੌਜ ਲੈ ਕੇ ਜਾਈ ਜਾ ਸਕਦੀ, ਇਹਨਾਂ ਨੂੰ ਉੱਤੋਂ ਦੀ ਘੇਰਾ ਪਾਇਆ ਜਾ ਸਕਦਾ, ਇਹਨਾਂ ਨੂੰ ਵਾਪਸ ਲਿਆਇਆ ਜਾ ਸਕਦਾ। ਸੋ ਫੌਜ ਦਾ ਅੰਤ ਜ਼ਰੂਰੀ ਸੀਗਾ, ਉਹ ਅੰਤ ਜ਼ਰੂਰੀ ਸੀਗਾ ਤਾਂ ਕਿ ਇਹਨਾਂ ਦੇ ਉੱਤੇ ਹਮਲਾ ਨਾ ਹੁੰਦਾ। ਔਰ ਇਹ ਜਿਸ ਜਗ੍ਹਾ ਤੇ ਇਹਨਾਂ ਨੇ ਜਾਣਾ ਸੀ, ਪ੍ਰਭੂ ਇਹਨਾਂ ਨੂੰ ਲੈ ਕੇ ਜਾ ਰਿਹਾ ਸੀ, ਔਰ ਪ੍ਰਭੂ ਨੂੰ ਸਭ ਕੁਝ ਪਤਾ ਸੀ। ਔਰ ਇੱਥੇ ਅਸੀਂ ਹੁਣ ਕੀ ਦੇਖਦੇ ਪਏ ਹਾਂ ਕਿ ਤੁਸੀਂ ਸਿਰਫ ਤਮਾਸ਼ਾ ਦੇਖੋ, ਔਰ ਅੱਜ ਤੋਂ ਬਾਅਦ ਤੁਸੀਂ ਇਹਨਾਂ ਮਿਸਰੀਆਂ ਨੂੰ ਮੁੜ ਕਦੀ ਨਹੀਂ ਦੇਖੋਗੇ। ਅੱਜ ਪ੍ਰਭੂ ਤੁਹਾਡੇ ਵੱਲੋਂ ਯੁੱਧ ਕਰੇਗਾ, ਤੁਸੀਂ ਕੇਵਲ ਖੜੇ ਹੋ ਤਮਾਸ਼ਾ ਦੇਖਣਾ।
ਸੋ ਪ੍ਰਭੂ ਨੇ ਹਜ਼ਾਰਾਂ ਸਾਲ ਪਹਿਲਾਂ ਉਹ ਰਸਤਾ ਬਣਾਇਆ। ਅੱਜ ਦੇ ਦਿਨ ਉਹ ਉੱਤੇ ਬੱਦਲ ਬਣ ਕੇ ਉਹਨਾਂ ਦੇ ਚੱਲਦਾ ਪਿਆ, ਦਿਨ ਦੇ ਵੇਲੇ ਛਾਂ ਕਰਦਾ ਪਿਆ, ਰਾਜਕੁਮਾਰਾਂ ਵਾਂਗੂ ਲਿਆ ਰਿਹਾ, ਰਾਤ ਦੇ ਵੇਲੇ ਰੋਸ਼ਨੀ ਬਣ ਕੇ ਮੋਹਰੇ ਚੱਲਦਾ ਪਿਆ, ਔਰ ਉਹ ਉਹਨਾਂ ਦੇ ਵੱਲੋਂ ਹੁਣ ਯੁੱਧ ਵੀ ਕਰੂਗਾ, ਜੰਗ ਵੀ ਲੜੇਗਾ। ਸੋ ਤੁਸੀਂ ਸਿਰਫ ਖੜੇ ਹੋ ਕੇ ਤਮਾਸ਼ਾ ਦੇਖਣਾ, ਤੁਸੀਂ ਸਿਰਫ ਪ੍ਰਭੂ ਦਾ ਕੰਮ ਦੇਖਣਾ ਕਿ ਉਹ ਕੀ ਕਰੇਗਾ। ਔਰ ਇਹ ਚੀਜ਼ ਜਿਹੜੀ ਮੇਨ ਆ ਇਸ ਹਿੱਸੇ ਦੇ ਵਿੱਚ। ਔਰ ਆਓ ਇਸ ਨੂੰ ਹੁਣ ਅਸੀਂ 15 ਤੋਂ ਲੈ ਕੇ ਆਓ ਇਸ ਨੂੰ, ਇਸ ਦਾ ਸਾਰਾ ਜਿਹੜਾ ਹੈਗਾ ਚੈਪਟਰ ਇਸ ਨੂੰ ਪੜ੍ਹਦੇ ਹਾਂ। ਔਰ ਥੋੜੀਆਂ ਜਿਹੀਆਂ ਚੀਜ਼ਾਂ ਇਸ ਚੋਂ ਅੱਜ ਦੇਖਾਂਗੇ, ਬਾਕੀ ਆਪਾਂ ਕੱਲ ਨੂੰ ਦੇਖਾਂਗੇ। 15 ਤੋਂ ਪੜ੍ਹਨਾ ਪਾਸਟਰ ਜੀ ਕਿ 19 ਹਾਂਜੀ, ਤੋਂ? 15 ਤੋਂ 30 ਤਾਈਂ ਭੈਣ ਪੜ੍ਹਦੇ ਹੋ ਸਾਰਾ। ਓਕੇ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਮੇਰੇ ਨਾਂ ਦੀ ਦੁਹਾਈ ਕਿਉਂ ਦੇ ਰਿਹਾ ਹੈ? ਲੋਕਾਂ ਨੂੰ ਕਹਿ ਕੇ ਉਹ ਅੱਗੇ ਵਧਣ। ਤੂੰ ਆਪਣੀ ਲਾਠੀ ਅਗਾਂਹ ਵਧਾ ਕੇ ਸਾਗਰ ਦੇ ਪਾਣੀ ਤੇ ਮਾਰ ਕਿ ਇਸ ਨੂੰ 2 ਹਿੱਸਿਆਂ ਵਿੱਚ ਵੰਡ ਦੇ। ਤੇਰੇ ਲੋਕ ਸੁੱਕੀ ਧਰਤੀ ਤੋਂ ਦੀ ਸਾਗਰ ਦੇ ਦੂਜੇ ਪਾਸੇ ਪਹੁੰਚ ਜਾਣਗੇ। ਮੈਂ ਮਿਸਰੀਆਂ ਦੇ ਦਿਲ ਸਖਤ ਕਰ ਦੇਵਾਂਗਾ ਅਤੇ ਉਹ ਵੀ ਤੁਹਾਡੇ ਪਿੱਛੇ ਆਉਣਗੇ। ਤਦ ਮੈਂ ਫਿਰਾਉਨ ਦੀ ਫੌਜ, ਰੱਥ ਸਵਾਰਾਂ ਅਤੇ ਘੋੜਸਵਾਰਾਂ ਤੋਂ ਆਪਣਾ ਮਾਣ ਕਰਵਾਵਾਂਗਾ। ਇਸ ਤਰ੍ਹਾਂ ਮਿਸਰੀ ਜਾਣਨਗੇ ਕਿ ਮੈਂ ਫਿਰਾਉਨ, ਉਸਦੇ ਰੱਥ ਸਵਾਰਾਂ ਤੇ ਘੋੜਸਵਾਰਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ। ਫਿਰ ਪਰਮੇਸ਼ਵਰ ਦਾ ਸਵਰਗਦੂਤ ਇਜ਼ਰਾਈਲੀ ਲੋਕਾਂ ਦੇ ਪਿਛਲੇ ਪਾਸੇ ਚਲਾ ਗਿਆ ਅਤੇ ਬੱਦਲ ਦਾ ਖੰਭਾ ਵੀ ਉਹਨਾਂ ਦੇ ਪਿੱਛੇ ਜਾ ਕੇ ਖੜਾ ਹੋ ਗਿਆ। ਇਸ ਤਰ੍ਹਾਂ ਉਹ ਇਜ਼ਰਾਈਲੀ ਲੋਕਾਂ ਤੇ ਫਿਰਾਉਨ ਦੀ ਫੌਜ ਵਿਚਕਾਰ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ। ਇਸ ਤਰ੍ਹਾਂ ਉਹਨਾਂ ਦੋਹਾਂ ਧਿਰਾਂ ਦੇ ਵਿਚਕਾਰ ਬੱਦਲ ਤੇ ਹਨੇਰੀ ਸੀ, ਜਿਸ ਕਾਰਨ ਉਹ ਇੱਕ ਦੂਜੇ ਦੇ ਲਾਗੇ ਨਾ ਆ ਸਕੇ। ਤਦ ਮੂਸਾ ਨੇ ਆਪਣਾ ਹੱਥ ਸਾਗਰ ਦੇ ਵੱਲ ਵਧਾਇਆ ਤਾਂ ਪ੍ਰਭੂ ਨੇ ਪੁਰੇ ਦੀ ਤੇਜ਼ ਹਵਾ ਸਾਰੀ ਰਾਤ ਵਗਾਈ, ਜਿਸ ਨਾਲ ਪਾਣੀ 2 ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਸਾਗਰ ਦੇ ਵਿੱਚ ਸੁੱਕੀ ਧਰਤੀ ਦਿਖਣ ਲੱਗੀ। ਇਜ਼ਰਾਈਲੀ ਲੋਕੀ ਉਸ ਸੁੱਕੀ ਧਰਤੀ ਤੇ ਚੱਲ ਕੇ ਪਾਣੀ ਦੇ ਵਿੱਚੋਂ ਦੀ ਦੂਜੇ ਪਾਰ ਜਾਣ ਲੱਗੇ। ਪਾਣੀ ਉਹਨਾਂ ਦੇ ਸੱਜੇ ਖੱਬੇ ਕੰਧਾਂ ਦੀ ਤਰ੍ਹਾਂ ਖੜਾ ਸੀ। ਮਿਸਰੀ ਰੱਥ ਸਵਾਰ, ਘੋੜਸਵਾਰ ਅਤੇ ਪੈਦਲ ਫੌਜ ਵੀ ਸਾਗਰ ਦੇ ਵਿੱਚ ਉਹਨਾਂ ਦਾ ਪਿੱਛਾ ਕਰਨ ਲੱਗੀ। ਪਰ ਸਵੇਰ ਸਾਰ ਪ੍ਰਭੂ ਨੇ ਬੱਦਲ ਦੇ ਵਿੱਚ ਮਿਸਰੀਆਂ ਵੱਲ ਝਾਤੀ ਮਾਰੀ ਤਾਂ ਉਹਨਾਂ ਦੇ ਵਿੱਚ ਡਰ ਦੇ ਮਾਰੇ ਖਲਬਲੀ ਮਚ ਗਈ। ਪ੍ਰਭੂ ਨੇ ਉਹਨਾਂ ਦੇ ਰੱਥਾਂ ਦੇ ਪਹੀਏ ਜਾਮ ਕਰ ਦਿੱਤੇ, ਇਸ ਲਈ ਉਹ ਭਾਰੀ ਚੱਲਣ ਲੱਗੇ। ਇਸ ਤੇ ਮਿਸਰੀ ਇੱਕ ਦੂਜੇ ਨੂੰ ਕਹਿਣ ਲੱਗੇ, ਇਜ਼ਰਾਈਲੀਆਂ ਵੱਲੋਂ ਪ੍ਰਭੂ ਆਪ ਯੁੱਧ ਕਰ ਰਿਹਾ ਹੈ, ਆਓ ਨੱਠ ਚੱਲੀਏ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਆਪਣਾ ਹੱਥ ਸਾਗਰ ਦੀ ਵੱਲ ਅੱਗੇ ਵਧਾ ਕੇ ਪਾਣੀ ਮਿਸਰੀਆਂ ਦੇ ਰੱਥਾਂ, ਘੋੜਿਆਂ ਅਤੇ ਫੌਜ ਨੂੰ ਵਹਾ ਲੈ ਜਾਏ। ਸੋ ਮੂਸਾ ਨੇ ਆਪਣਾ ਹੱਥ ਸਾਗਰ ਦੀ ਵੱਲ ਅਗਾਂਹ ਵਧਾਇਆ ਤਾਂ ਪਾਣੀ ਸਵੇਰ ਸਾਰ ਵਾਪਸ ਆਪਣੀ ਪਹਿਲੀ ਥਾਂ ਤੇ ਆ ਗਿਆ। ਮਿਸਰੀਆਂ ਨੇ ਨੱਠਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਪ੍ਰਭੂ ਨੇ ਉਹਨਾਂ ਨੂੰ ਪਾਣੀ ਨਾਲ ਅੱਗੇ ਵਹਾ ਦਿੱਤਾ। ਪਾਣੀ ਨੇ ਮਿਸਰੀਆਂ ਦੇ ਸਭ ਰੱਥਾਂ, ਘੋੜਿਆਂ ਤੇ ਫੌਜ ਨੂੰ ਆਪਣੇ ਅੰਦਰ ਢੱਕ ਲਿਆ। ਇੱਕ ਵੀ ਮਿਸਰੀ ਇਸ ਤੋਂ ਬਚ ਨਾ ਸਕਿਆ। ਪਰ ਇਜ਼ਰਾਈਲੀ ਲੋਕ ਪਾਣੀ ਦੇ ਵਿੱਚੋਂ ਦੀ ਅੱਗੇ ਚੱਲਦੇ ਗਏ। ਪਾਣੀ ਦੀਆਂ ਕੰਧਾਂ ਉਹਨਾਂ ਦੇ ਸੱਜੇ ਖੱਬੇ ਖੜੀਆਂ ਸਨ। ਇਸ ਤਰ੍ਹਾਂ ਪ੍ਰਭੂ ਨੇ ਉਸ ਦਿਨ ਇਜ਼ਰਾਈਲੀਆਂ ਨੂੰ ਮਿਸਰੀਆਂ ਦੇ ਹੱਥੋਂ ਬਚਾਇਆ। ਇਜ਼ਰਾਈਲੀਆਂ ਨੇ ਮਿਸਰੀਆਂ ਦੀਆਂ ਲਾਸ਼ਾਂ ਸਾਗਰ ਦੇ ਕੰਢੇ ਪਈਆਂ ਦੇਖੀਆਂ। ਸੋ ਇਜ਼ਰਾਈਲੀਆਂ ਪ੍ਰਭੂ ਦਾ ਇਹ ਵੱਡਾ ਕੰਮ ਦੇਖਿਆ ਤੇ ਉਸ ਤੇ ਅਤੇ ਉਸ ਦੇ ਦਾਸ ਮੂਸਾ ਤੇ ਉਹਨਾਂ ਵਿਸ਼ਵਾਸ ਕੀਤਾ। ਉਹਨਾਂ ਨੇ ਵਿਸ਼ਵਾਸ ਕੀਤਾ। ਸੋ ਹੁਣ ਪ੍ਰਭੂ ਨੇ ਉਸ ਨੂੰ, ਮੂਸਾ ਨੂੰ ਕਿਹਾ ਕਿ ਹੁਣ ਤੂੰ ਆਪਣਾ ਜਿਹੜਾ ਧਿਆਨ ਆ, ਮੂਸਾ ਉਹਨਾਂ ਨੂੰ ਦੱਸਦਾ ਪਿਆ ਕਿ ਪ੍ਰਭੂ ਤੁਹਾਡੇ ਵੱਲੋਂ ਕੀ ਕਰੇਗਾ। ਪਰ ਪ੍ਰਭੂ ਨੇ ਮੂਸਾ ਨੂੰ ਕਿਹਾ ਕਿ ਨਹੀਂ, ਤੂੰ ਹੁਣ ਆਪਣਾ ਜਿਹੜਾ ਧਿਆਨ ਆ ਸਾਗਰ ਦੇ ਵੱਲ ਲਾ, ਉਹਦੇ ਤੇ ਆਪਣੀ ਲਾਠੀ ਮਾਰ ਔਰ ਪਾਣੀ ਨੂੰ 2 ਹਿੱਸਿਆਂ ਦੇ ਵਿੱਚ ਵੰਡ ਦੇ। ਔਰ ਜਿਸ ਲਈ ਮੂਸਾ ਨੇ ਇਹ ਕੀਤਾ, ਪ੍ਰਭੂ ਨੇ ਪੁਰੇ ਦੀ ਹਵਾ ਚਲਾਈ ਔਰ ਪੁਰੇ ਦੀ ਹਵਾ ਦੇ ਨਾਲ ਜਿਹੜਾ ਪਾਣੀ ਸੀ ਉਹ ਹਟ ਗਿਆ, ਪਿੱਛੇ ਹਟ ਗਿਆ, 2 ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਵੰਡ ਹੋ ਗਿਆ। ਔਰ ਪ੍ਰਭੂ ਦੇ ਲੋਕ ਉਸ ਦੇ ਵਿੱਚ ਦੀ ਜਾ ਰਹੇ ਆ ਔਰ ਪੁਰੇ ਦੀ ਹਵਾ ਉਹਨਾਂ ਦੀ ਪਿੱਠ ਦੇ ਪਿੱਛੇ, ਜਿਸ ਦੇ ਨਾਲ ਉਹ ਜਿਹੜੇ ਲੋਕ ਆ ਉਹ ਜਲਦੀ ਦੇ ਨਾਲ ਉਸ ਰਸਤੇ ਨੂੰ ਪਾਰ ਕਰ ਗਏ। ਔਰ ਉਹ ਸਵੇਰ ਤੱਕ ਉਹ ਸਾਰੇ ਲੋਕ ਦੂਸਰੇ ਪਾਸੇ ਪਹੁੰਚ ਗਏ। ਉਨੀ ਦੇਰ ਤੱਕ ਪ੍ਰਭੂ ਨੇ ਜਿਹੜਾ ਬੱਦਲ ਦਾ ਜਿਹੜਾ ਖੰਭਾ ਸੀ ਔਰ ਪ੍ਰਭੂ ਦਾ ਇੱਕ ਫਰਿਸ਼ਤਾ ਪਿੱਛੇ ਚਲਾ ਗਿਆ, ਉਸਨੇ ਫੌਜ ਨੂੰ ਰੋਕ ਲਿਆ, ਫੌਜ ਅੱਗੇ ਨਹੀਂ ਆ ਸਕੀ। ਔਰ ਪ੍ਰਭੂ ਦੇ ਲੋਕ ਜਿਸ ਵੇਲੇ ਦੂਸਰੇ ਪਾਸੇ ਦੀ ਨਿਕਲ ਗਏ ਤਾਂ ਰਸਤਾ ਹਲੇ ਬਣਿਆ ਸੀ। ਤਾਂ ਜਿਸਲੇ ਉਹਨਾਂ ਨੇ ਦੇਖਿਆ ਕਿ ਰਸਤਾ ਆਇਆ ਤੇ ਉਹਨਾਂ ਨੇ ਆਪਣੀ ਸਾਰੀ ਫੌਜ, ਰੱਥ, ਪੈਦਲ ਫੌਜ ਉਹਨਾਂ ਦੇ ਪਿੱਛੇ ਲਾ ਦਿੱਤੀ। ਔਰ ਜਿਸਲੇ ਸਾਗਰ ਦੇ ਗੱਭੇ ਉਹ ਫੌਜ ਪਹੁੰਚੀ
ਤੇ ਪ੍ਰਭੂ ਨੇ ਮੂਸਾ ਨੂੰ ਕਿਹਾ ਕਿ ਤੂੰ ਹੁਣ ਆਪਣਾ ਜਿਹੜਾ ਡੰਡਾ, ਉਹ ਜਿਹੜੀ ਤੇਰੀ ਲਾਠੀ ਆ, ਉਸਨੂੰ ਇੱਕ ਵਾਰੀ ਫੇਰ ਪਾਣੀ ਦੇ ਉੱਤੇ ਪਾ, ਔਰ ਜਿਹੜਾ ਪਾਣੀ ਜਿਹੜਾ ਸੀ ਉਹ ਬੰਦ ਹੋ ਗਿਆ। ਔਰ ਰਾਜਾ ਦੀ ਜਿਹੜੀ ਫੌਜ ਸੀ, ਚੁਣੇ ਹੋਏ ਬਹਾਦਰ ਲੋਕ ਸੀਗੇ ਜਿਹੜੇ ਨਾਲ ਲੈ ਕੇ ਆਏ ਸੀ, ਉਹ ਸਾਰੇ ਦੇ ਸਾਰੇ ਉਹਨਾਂ ਦੇ ਵਿੱਚ ਜਨਰਲ, ਜਿਹੜੇ ਵੱਡੇ ਜਨਰਲ ਸੀਗੇ, ਜਿਹੜੇ ਵੱਡੇ ਕਰਨਲ ਸੀਗੇ, ਜਿਹੜੇ ਵੱਡੀਆਂ ਪੋਸਟਾਂ ਤੇ ਜਿਹੜੇ ਲੋਕ ਸੀਗੇ, ਉਹ ਮਰ ਗਏ। ਔਰ ਵੱਡੀਆਂ ਪੋਸਟਾਂ ਤੇ ਉਹੀ ਲੋਕ ਹੁੰਦੇ ਸੀ ਜਿਹੜੇ ਖਾਨਦਾਨ ਦੇ ਵਿੱਚ ਹੁੰਦੇ ਸੀ, ਜਿਨ੍ਹਾਂ ਦੇ ਨਾਲ ਰਾਜਕੁਮਾਰ ਪ੍ਰਯੋਗ ਹੁੰਦੇ ਸੀ। ਸੋ ਹੁਣ ਤੁਸੀਂ ਸੋਚੋ ਕਿ ਜਿਸ ਲਈ ਉਹਨਾਂ ਨੇ ਵਾਪਸ ਨਹੀਂ ਜਾਣਾ, ਔਰ ਰਾਜਾ ਨੇ ਇਕੱਲੇ ਨੇ ਇੱਕ ਰੱਥ ਲੈ ਕੇ ਘਰ ਨੂੰ ਵਾਪਸ ਜਾਣਾ, ਔਰ ਜਿਹੜੇ ਨਾਲ ਜਿਹੜੀ ਫੌਜ ਉਹ ਵਾਪਸ ਨਹੀਂ ਆਈ, ਤੇ ਲੋਕਾਂ ਦੇ ਦਿਲ ਦੇ ਉੱਤੇ ਕੀ ਹੋਈ ਹੋਵੇਗੀ। ਸੋ ਇਹ ਮੈਂ ਕੱਲ ਦੇ ਲਈ ਫਾਊਂਡੇਸ਼ਨ ਬਣਦਾ ਪਿਆ, ਕਿਉਂਕਿ ਕੱਲ ਨੂੰ ਇੱਕ ਅਸੀਂ ਐਸੀ ਚੀਜ਼ ਦੇਖਾਂਗੇ ਜਿਸ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ, ਜਿਸ ਨੂੰ ਨਾ ਤਾਂ ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਜਾਂ ਪਰਮੇਸ਼ਰ ਨੂੰ ਨਾ ਮੰਨਣ ਵਾਲੇ ਲੋਕ ਉਸ ਇੱਕ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇ, ਉਸ ਇੱਕ ਫੈਰੋ ਨੂੰ ਡਿਨਾਈ ਨਹੀਂ ਕਰ ਸਕਦੇ, ਜਿਹੜਾ ਇਸ ਤੋਂ ਬਾਅਦ ਜਿਹੜਾ ਆਇਆ, ਜਿਸ ਨੂੰ ਇਸ ਦਾ ਪੋਤਾ ਵੀ ਕਿਹਾ ਜਾਂਦਾ, ਜਿਸ ਨੂੰ ਇਸ ਦਾ ਪੁੱਤ ਵੀ ਕਿਹਾ ਜਾਂਦਾ, ਉਹ ਇੰਨਾ ਕਲੈਰੀਫਾਈ ਨਹੀਂ। ਲੇਕਿਨ ਕੱਲ ਨੂੰ ਜਿਸ ਲਈ ਅਸੀਂ ਦੇਖਾਂਗੇ ਤਾਂ ਕੱਲ ਨੂੰ ਪ੍ਰਭੂ ਦਾ ਇੱਕ ਵੱਡਾ ਕੰਮ ਦਿਖਾਈ ਦੇਗਾ ਕਿ ਕੀ ਦੇਵਤਿਆਂ ਦੀ ਹਾਰ ਹੋਈ? ਯੈਸ। ਕੀ ਫੌਜ ਦੀ ਹਾਰ ਹੋਈ? ਯੈਸ। ਕੀ ਉਹਦੇ ਨਿਸ਼ਾਨਾਤ ਇਜਿਪਟ ਦੇ ਵਿੱਚ ਹੈਗੇ ਆ? ਬਿਲਕੁਲ ਹੈਗੇ ਆ, ਔਰ ਉਹਨਾਂ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਸੋ ਕੱਲ ਨੂੰ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਾਂਗੇ। ਜਿਹੜੇ ਚਾਰ ਉਹਨਾਂ ਦੇ ਵੱਡੇ ਦੇਵਤੇ ਰਹਿੰਦੇ ਸੀ, ਉਹਨਾਂ ਦੀ ਵੀ ਹਾਰ ਹੋ ਗਈ। ਉਹਨਾਂ ਦੇ ਬੁੱਧ ਤੇ ਗਿਆਨ ਦੇ ਦੇਵਤੇ ਦੀ, ਜੰਗ ਦੇ ਦੇਵਤੇ ਦੀ, ਜ਼ਿੰਦਗੀ ਦੇ ਦੇਵਤੇ ਦੀ, ਔਰ ਮੌਤ ਦੇ ਦੇਵਤੇ ਦੀ, ਚਾਰਾਂ ਦੀ ਹਾਰ ਹੋ ਗਈ। ਔਰ ਸਾਰੇ ਉਹਨਾਂ ਦੇ ਵੱਡੇ ਦੇਵਤੇ ਜਿਹੜੇ ਆ, ਉਹਨਾਂ ਸਾਰਿਆਂ ਦੀ ਹਾਰ ਹੋ ਗਈ। ਫੌਜ ਦੀ ਹਾਰ ਹੋ ਗਈ, ਰਾਜਾ ਹਾਰ ਗਿਆ, ਮਿਸਰ ਦੀ ਹਾਰ ਹੋ ਗਈ। ਔਰ ਮਿਸਰ ਇਸ ਵੇਲੇ ਬਿਲਕੁਲ ਟੁੱਟ ਚੁੱਕਾ। ਔਰ ਪ੍ਰਭੂ ਦੇ ਲੋਕਾਂ ਨੇ ਜੋ ਕੁਛ ਪ੍ਰਭੂ ਦੀ ਹਜ਼ੂਰੀ ਔਰ ਉਸ ਦਾ ਰਹਿਮ ਦੇਖਿਆ, ਤਾਂ ਪ੍ਰਭੂ ਨੇ 70 ਲੋਕ को ਲੈ ਕੇ ਗਿਆ ਸੀ, ਔਰ 17 ਤੋਂ 400 ਸਾਲਾਂ ਤੋਂ ਬਾਅਦ ਉਹ ਘੱਟ ਤੋਂ ਘੱਟ 24 ਲੱਖ ਬਾਅਦ ਆ ਗਏ। ਇੱਕ ਕੌਮ, ਇੱਕ ਵੱਡੀ ਕੌਮ ਬਣ ਕੇ ਉਹ ਵਾਪਸ ਆ ਰਹੇ ਆ, ਤੇ ਹੁਣ ਉਹ ਇੱਕ ਦੇਸ਼ ਦੇ ਉੱਤੇ ਰਾਜ ਕਰ ਸਕਦੇ। 70 ਬੰਦਿਆਂ ਦਾ ਇੱਕ ਵੱਡਾ ਘਰਾਣਾ ਤਾਂ ਹੋ ਸਕਦਾ, ਪਰ ਦੇਸ਼ ਨਹੀਂ ਹੋ ਸਕਦਾ। ਛੋਟਾ ਪਿੰਡ ਹੋ ਸਕਦਾ, ਪਰ ਇਜ਼ਰਾइल ਜਿਹਾ ਦੇਸ਼ ਨਹੀਂ ਹੋ ਸਕਦਾ। 24 ਲੱਖ ਲੋਕਾਂ ਦਾ ਦੇਸ਼ ਹੋ ਸਕਦਾ। ਔਰ ਪ੍ਰਭੂ ਉਹਨਾਂ ਨੇ ਇੱਕ ਵੱਡੀ ਕੌਮ ਬਣਾ ਕੇ ਵਾਪਸ ਲੈ ਕੇ ਆ ਰਹੇ। ਇਹ ਪ੍ਰਭੂ ਤੋਂ ਸਿਵਾਏ ਏਦਾਂ ਦੇ ਕੰਮ ਕੋਈ ਨਹੀਂ ਕਰ ਸਕਦਾ। ਜਿਉਂਦਾ ਪ੍ਰਭੂ ਜੋ ਇਹਨਾਂ ਦੇ ਨਾਲ, ਔਰ ਇਹ ਆਪ ਕੁਛ ਵੀ ਨਹੀਂ ਕਰਦੇ ਪਏ, ਪ੍ਰਭੂ ਨੇ ਮੇਰੇ ਸਭ ਕੁਛ ਕਰਤਾ ਪਿਆ। ਉਸ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਅੱਜ ਅਸੀਂ ਬੈਠੇ ਹਾਂ। ਉਸ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਅਸੀਂ ਹਰ ਦਿਨ ਬੈਠਦੇ ਹਾਂ। ਉਸ ਪ੍ਰਭੂ ਤੋਂ ਅਸੀਂ ਮੰਗਦੇ। ਉਹ ਪ੍ਰਭੂ ਸਾਡੀ ਬਰਕਤ, ਉਹੀ ਪ੍ਰਭੂ ਸਾਡੀ ਮੁਕਤੀ, ਉਹੀ ਸਾਡੀ ਜ਼ਿੰਦਗੀ। ਇਸ ਦੇ ਲਈ ਉਸਦਾ ਬਹੁਤ ਸ਼ੁਕਰ ਕਰਨਾ ਚਾਹੀਦਾ। ਆਓ ਦੁਆ ਕਰੀਏ। ਸਾਡਾ ਟਾਈਮ ਹੋ ਗਿਆ। ਕੱਲ ਨੂੰ ਬਹੁਤ ਇੰਪੋਰਟੈਂਟ ਦਿਨ। ਕੱਲ ਨੂੰ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਾਂਗੇ ਜਿਹੜੀਆਂ ਦੋਨੇ ਪਾਸੇ ਦੀਆਂ ਸੱਚਾਈਆਂ, ਔਰ ਉਹਨਾਂ ਤੋਂ ਕੋਈ ਡਿਨਾਈ ਨਹੀਂ ਕਰ ਸਕਦਾ। ਪ੍ਰਭੂ ਜੀ, ਤੇਰਾ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਤੇਰੀ ਦਇਆ ਦੇ ਲਈ। ਤੂੰ ਸਾਡਾ ਮਹਾਨ ਪਰਮੇਸ਼ਵਰ ਆ। ਤੂੰ ਦਿਆਲੂ ਆ, ਕਿਰਪਾਲੂ ਆ। ਤੂੰ ਗੁੱਸਾ ਕਰਨ ਦੇ ਵਿੱਚ ਮੱਠਾ। ਪਿਆਰੇ ਪ੍ਰਭੂ, ਅੱਜ ਦੇ ਇਸ ਦਿਨ ਦੇ ਵਿੱਚ ਅਸੀਂ ਬਹੁਤ ਕੁਛ ਦੇਖਿਆ,
ਤੂੰ ਕਿੰਨਾ ਨਿੱਜੀ ਪਰਸਨਲ ਪਰਮੇਸ਼ਵਰ, ਕਿਸ ਤਰ੍ਹਾਂ ਤੂੰ ਇੱਕ ਇੱਕ ਦੇ ਉੱਤੇ ਪ੍ਰਭੂ ਜੀ ਤੇਰੀ ਛਾਇਆ, ਤੇਰੀ ਰੋਸ਼ਨੀ, ਤੇਰਾ ਬਚਾਓ, ਤੇਰੀ ਜਿੱਤ। ਤੂੰ ਮਹਾਨ ਦਿਆਲੂ ਤੇ ਕਿਰਪਾਲੂ। ਪਿਆਰੇ ਪ੍ਰਭੂ, ਅੱਜ ਦੇ ਦਿਨ ਨੂੰ ਅਸੀਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ, ਔਰ ਜਦ ਤੱਕ ਅਸੀਂ ਦੁਆਰਾ ਮਿਲੀਏ ਆਪਣੇ ਆਪ ਨੂੰ ਤੇਰੀ ਰਾਖੀ ਦੇ ਵਿੱਚ ਪਾਉਣੇ, ਤੇਰੇ ਪਿਆਰ ਦੇ ਵਿੱਚ ਪਾਉਣੇ, ਤੇਰੀ ਨਜ਼ਦੀਕੀ ਦੇ ਵਿੱਚ ਪਾਉਣੇ। ਹਰ ਭੈਣ ਭਰਾ ਦੇ ਨਾਲ ਤੂੰ ਬਣਿਆ ਰਹਿ, ਜ਼ਰੂਰਤਾਂ ਨੂੰ ਪੂਰੀਆਂ ਕਰ, ਔਰ ਪ੍ਰਭੂ ਜੀ ਆਪਣੇ ਹੱਥਾਂ ਦੀਆਂ ਛਾਵਾਂ 'ਚ ਤੂੰ ਸਾਨੂੰ ਇਸੇ ਤਰ੍ਹਾਂ ਬਣਾ ਕੇ ਰੱਖ, ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ। ਆਮੀਨ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਕੱਲ ਨੂੰ ਆਪਾਂ ਮਿਲਾਂਗੇ, ਔਰ ਕੱਲ ਨੂੰ ਆਪਾਂ ਉਹ ਵੱਡੀਆਂ ਚੀਜ਼ਾਂ ਦੇਖਾਂਗੇ ਜਿਹੜੀਆਂ ਇਤਿਹਾਸ ਦੇ ਵਿੱਚ